ਸਤਿ ਸ਼੍ਰੀ ਅਕਾਲ ਬੱਚੇ ਸਾਰਿਆਂ ਨੂੰ। ਬੱਚੇ ਪੰਜਾਬ ਦੇ ਵਿੱਚ ਸਾਡੇ ਕਾਲਜਾਂ ਦੇ ਲੈਕਚਰਾਰਾਂ ਦੀਆਂ ਭਰਤੀਆਂ ਜਿਹੜੀਆਂ ਕਈ ਸਾਲਾਂ ਤੋਂ ਰੁਕੀਆਂ ਹੋਈਆਂ ਸੀ, ਦਹਾਕਿਆਂ 'ਚ ਹੋ ਗਈ ਸੀ ਗੱਲ ਕਿ ਇਹ ਭਰਤੀਆਂ ਨਹੀਂ ਸੀ ਨਿਕਲ ਰਹੀਆਂ। ਤਾਂ ਪੰਜਾਬ ਸਰਕਾਰ ਨੇ ਹਾਲੀਆ 'ਚ ਇੱਕ ਨਵੀਂ ਨੋਟੀਫਿਕੇਸ਼ਨ ਜਾਰੀ ਕਰਕੇ ਐਲਾਨ ਕੀਤਾ ਕਿ ਪੰਜਾਬ 'ਚ ਇਹੋ ਜਿਹੇ 1091 ਦੇ ਕਰੀਬ ਕਾਲਜ ਲੈਕਚਰਾਰਾਂ ਦੀਆਂ ਭਰਤੀਆਂ ਕੱਢੀਆਂ ਨੇ, ਉਹ ਪੋਸਟਾਂ ਭਰੀਆਂ ਜਾਣਗੀਆਂ। ਭਰਤੀ ਦੇ ਲਈ ਨੋਟੀਫਿਕੇਸ਼ਨ ਜਿਹੜੀ ਨਿਕਲੀ ਹੋਈ ਆ ਉਹਨੂੰ ਲੈ ਕੇ ਵਿਦਿਆਰਥੀਆਂ ਦੇ ਵਿੱਚ ਕਈ ਤਰ੍ਹਾਂ ਦੇ ਸ਼ੰਕੇ ਨੇ, ਕਈ ਤਰ੍ਹਾਂ ਦੇ ਡਾਊਟਸ ਨੇ ਕਿ ਇਹਨਾਂ ਨੂੰ ਅਪਲਾਈ ਕਿਵੇਂ ਕਰਨਾ ਹੈ, ਲਿੰਕ ਕਿਵੇਂ ਚੱਲਦਾ, ਫੀਸ ਕਿਵੇਂ ਭਰਨੀ ਹੈ। ਇਹਨਾਂ ਦੇ ਨਾਲ ਇੱਕ ਜਿਹੜੀ ਵੱਡੀ ਅਨਸਰਟਨਟੀ ਬਣੀ ਹੋਈ ਹੈ ਕਿ ਇਹ ਪੇਪਰ ਹੋਊਗਾ ਵੀ ਕਿ ਨਹੀਂ ਹੋਊਗਾ। ਪਿਛਲੇ 20 ਸਾਲ ਦੇ ਕਰੀਬ ਦਾ ਸਮਾਂ ਹੋ ਗਿਆ ਸੀਗਾ ਕਿ ਇਹ ਭਰਤੀਆਂ ਨਹੀਂ ਸੀ ਨਿਕਲੀਆਂ। ਹੁਣ ਜਦੋਂ ਭਰਤੀਆਂ ਨਿਕਲੀਆਂ ਨੇ, ਚਾਹੇ ਇਲੈਕਸ਼ਨਾਂ ਨੂੰ ਦੇਖ ਕੇ ਕੱਢੀਆਂ ਗਈਆਂ ਨੇ, ਤਾਂ ਵਿਦਿਆਰਥੀਆਂ 'ਚ ਜਿਹੜਾ ਇਹ ਸ਼ੱਕ ਹੈ ਕਿ ਪੇਪਰ ਹੋਊਗਾ ਕਿ ਨਹੀਂ ਹੋਊਗਾ। ਜੇ ਨਹੀਂ ਹੋਊਗਾ ਤਾਂ ਦੁਬਾਰਾ ਉਹ ਇੱਕ ਨਿਰਾਸ਼ਾ ਦੇ ਆਲਮ 'ਚ ਜਾਣਗੇ, ਜੇ ਹੋਊਗਾ ਤਾਂ ਫਿਰ ਉਹਨਾਂ ਨੇ ਕੀ ਤਿਆਰ ਕਰਨਾ, ਕਿਹਦਾ ਸਿਲੇਬਸ ਹੋਊਗਾ, ਕਿਹੋ ਜਿਹਾ ਪੇਪਰ ਲਿਆ ਜਾਊਗਾ। ਤਾਂ ਇਸ ਵੀਡੀਓ ਦੇ ਵਿੱਚ ਆਪਾਂ ਸਾਰੀ ਉਸ ਨੂੰ ਲੈ ਕੇ ਗੱਲ ਕਰਦੇ ਹਾਂ। ਤਾਂ ਸਭ ਤੋਂ ਪਹਿਲਾਂ ਦੱਸ ਦਿੰਦੇ ਹਾਂ ਕਿ ਜਿਹੜਾ ਪੰਜਾਬ ਦਾ ਐਜੂਕੇਸ਼ਨ ਰਿਕਰੂਟਮੈਂਟ ਬੋਰਡ ਹੈ ਉਹਨੇ ਭਰਤੀ ਕੱਢੀ ਆ, ਤਾਂ ਤੁਸੀਂ ਉਹਦੀ ਵੈਬਸਾਈਟ ਤੇ ਜਾਣਾ ਹੈ। ਰਿਕਰੂਟਮੈਂਟ ਬੋਰਡ ਦੀ ਵੈਬਸਾਈਟ ਤੇ ਜਾ ਕੇ ਤੁਸੀਂ ਸੱਜੇ ਹੱਥ ਥੱਲੇ ਹਾਇਰ ਐਜੂਕੇਸ਼ਨ ਵਾਲਾ ਜਿਹੜਾ ਕਾਲਮ ਹੈ ਉਹਦੇ ਤੇ ਕਲਿੱਕ ਕਰੋਗੇ। ਹਾਇਰ ਐਜੂਕੇਸ਼ਨ ਦਾ ਕਾਲਮ ਖੋਲ ਕੇ ਤੁਹਾਡੇ ਕੋਲ ਇੱਕ ਆਹ ਪੇਜ ਨਿਕਲ ਆਊਗਾ। ਇਹਦੇ ਵਿੱਚ ਕਈ ਨੰਬਰਾਂ ਦੇ ਵਿੱਚ ਤੁਹਾਡੇ ਕੋਲ ਐਡਵਰਟਾਈਜ਼ਮੈਂਟ ਨੇ। ਮੇਰੇ ਖਿਆਲ 'ਚ 1 ਤੋਂ ਲੈ ਕੇ 33 ਤੱਕ ਤੁਹਾਨੂੰ ਦਿਖ ਰਹੇ ਨੇ, ਪਰ ਉਹਨਾਂ ਸਾਰੇ ਐਡਵਰਟਾਈਜ਼ਮੈਂਟਸ ਦੇ ਉੱਤੇ ਇੱਕ ਪਬਲਿਕ ਨੋਟਿਸ ਹੈ। ਤਾਂ ਤੁਸੀਂ ਸਭ ਤੋਂ ਪਹਿਲਾਂ ਪਬਲਿਕ ਨੋਟਿਸ ਖੋਲਣਾ ਹੈ। ਤੁਸੀਂ ਜਿਹੜੇ ਮਰਜ਼ੀ ਸਬਜੈਕਟ ਦੇ ਵਿੱਚ, ਤੁਹਾਡੀ ਮਾਸਟਰਸ ਹੈ, ਤੁਹਾਡੀ PhD ਹੈ, ਤੁਸੀਂ ਜਿਹੜੇ ਮਰਜ਼ੀ ਸਬਜੈਕਟ ਨਾਲ ਸੰਬੰਧ ਰੱਖਦੇ ਹੋ, ਤੁਸੀਂ ਪਹਿਲਾਂ ਪਬਲਿਕ ਨੋਟਿਸ ਖੋਲੋਗੇ। ਪਬਲਿਕ ਨੋਟਿਸ ਦੇ ਵਿੱਚ ਉਹਨਾਂ ਨੇ, ਸਰਕਾਰ ਨੇ ਜਿਹੜਾ ਨੋਟਿਸ ਜਾਰੀ ਕੀਤਾ ਹੈ, ਤਾਂ ਉਹਦੇ ਵਿੱਚ ਸਬਜੈਕਟ ਵਾਈਜ਼ ਉਹਨਾਂ ਨੇ ਭਰਤੀਆਂ ਦੱਸੀਆਂ ਨੇ ਕਿ ਕਿੰਨੀਆਂ ਪੋਸਟਾਂ ਕੱਢੀਆਂ ਨੇ। ਜਿਵੇਂ ਐਗਰੋਨੋਮੀ ਦੇ ਵਿੱਚ 1 ਪੋਸਟ ਕੱਢੀ ਆ, ਕੈਮਿਸਟਰੀ ਦੇ ਵਿੱਚ ਗੱਲ ਕਰੀਏ ਤਾਂ 71 ਪੋਸਟਾਂ ਕੱਢੀਆਂ ਨੇ, ਕੰਪਿਊਟਰ ਸਾਇੰਸਿਸ ਦੇ ਵਿੱਚ 56 ਪੋਸਟਾਂ ਕੱਢੀਆਂ ਨੇ, ਹਿਸਟਰੀ ਦੇ ਵਿੱਚ 73 ਪੋਸਟਾਂ ਕੱਢੀਆਂ ਨੇ, ਮੈਥਮੈਟਿਕਸ ਦੇ ਵਿੱਚ 73 ਨੇ, ਹਾਰਟੀਕਲਚਰ ਦੇ ਵਿੱਚ ਸਿਰਫ 1 ਪੋਸਟ ਆ। ਤਾਂ ਤੁਸੀਂ ਸਬਜੈਕਟ ਵਾਈਜ਼ ਪੋਸਟਾਂ ਦੇਖ ਸਕਦੇ ਹੋ ਕਿੰਨੀਆਂ ਕੱਢੀਆਂ ਨੇ। ਅਗਲੇ ਕਾਲਮ ਦੇ ਵਿੱਚ ਦੇਖੀਏ ਤਾਂ ਡਾਂਸ ਦੇ ਵਿੱਚ 2 ਪੋਸਟਾਂ ਕੱਢੀਆਂ ਨੇ। ਅੰਗਰੇਜ਼ੀ ਕਿੱਥੇ, ਅੰਗਰੇਜ਼ੀ 'ਚ ਮੇਰੇ ਖਿਆਲ 'ਚ 150 ਤੋਂ ਉੱਤੇ 154 ਪੋਸਟਾਂ ਕੱਢੀਆਂ ਨੇ। ਪੰਜਾਬੀ ਦੇ ਵਿੱਚ 150 ਦੇ ਕਰੀਬ ਨੇ, 142 ਪੋਸਟ। ਲਾਇਬ੍ਰੇਰੀਅਨ ਦੀਆਂ 67 ਅਲੱਗ ਨੇ। ਉਰਦੂ ਭਾਸ਼ਾ ਦੀ 1 ਪੋਸਟ। ਤਾਂ ਤੁਸੀਂ ਬੱਚੇ ਸਬਜੈਕਟ ਵਾਈਜ਼ ਆਪੋ ਆਪਣੇ ਸਬਜੈਕਟ ਦੀਆਂ ਨੰਬਰ ਆਫ ਪੋਸਟ ਦੇਖ ਸਕਦੇ ਹੋ ਕਿ ਕਿੰਨੀਆਂ ਭਰਤੀਆਂ ਕੱਢੀਆਂ ਗਈਆਂ ਨੇ। ਇਹ ਸਾਰੀ ਜਾਣਕਾਰੀ ਤੁਹਾਨੂੰ ਪਬਲਿਕ ਨੋਟਿਸ ਦੇ ਵਿੱਚ ਮਿਲ ਰਹੀ ਹੈ, ਜਿਹੜਾ ਸਭ ਤੋਂ ਉੱਪਰ ਪਹਿਲੀ ਲਾਈਨ ਦੇ ਵਿੱਚ ਪਬਲਿਕ ਨੋਟਿਸ ਦਾ ਲਿੰਕ ਆ। ਤਾਂ ਜਦੋਂ ਤੁਸੀਂ ਆਪਣਾ ਸਬਜੈਕਟ ਮੈਚ ਕਰੋਗੇ, ਤੁਹਾਡੇ ਸਬਜੈਕਟ ਦੇ ਮੂਹਰੇ ਸੀਰੀਅਲ ਨੰਬਰ ਦੇ ਵਿੱਚ ਪਤਾ ਲੱਗ ਜੂ। ਜੇ ਕੋਈ ਹਿਸਟਰੀ ਦਾ ਵਿਦਿਆਰਥੀ ਹੈ ਤਾਂ ਹਿਸਟਰੀ ਦੇ ਵਿਦਿਆਰਥੀ ਦਾ ਸੀਰੀਅਲ ਨੰਬਰ 8 ਹੈ। ਜੇ ਕੋਈ ਅੰਗਰੇਜ਼ੀ ਦਾ ਵਿਦਿਆਰਥੀ ਹੈ ਤਾਂ ਅੰਗਰੇਜ਼ੀ ਦੇ ਵਿਦਿਆਰਥੀ ਦਾ ਸੀਰੀਅਲ ਨੰਬਰ 21 ਹੈ। ਪੰਜਾਬੀ ਵਾਲੇ ਦਾ ਮੇਰੇ ਖਿਆਲ 'ਚ 31 ਹੈ। ਤਾਂ ਇਸ ਤਰ੍ਹਾਂ 1 ਤੋਂ ਲੈ ਕੇ 32 ਜਾਂ 33 ਤੱਕ ਜਿਹੜਾ ਵੀ ਤੁਹਾਡਾ ਸਬਜੈਕਟ ਹੈ, ਤੁਸੀਂ ਉਸ ਸਬਜੈਕਟ ਦੇ ਆਪਣੇ ਕੋਰਸਪੋਂਡਿੰਗ ਸੀਰੀਅਲ ਨੰਬਰ ਦੇਖੋਗੇ ਤੇ ਸੀਰੀਅਲ ਨੰਬਰ ਤੋਂ ਬਾਅਦ ਫਿਰ ਉਸ ਸਪੈਸੀਫਿਕ ਸੀਰੀਅਲ ਨੰਬਰ ਤੇ ਤੁਸੀਂ ਕਲਿੱਕ ਕਰੋਗੇ। ਅੰਗਰੇਜ਼ੀ ਵਾਲੇ ਬੱਚਿਆਂ ਨੇ 21 ਦੱਬਣਾ, ਐਡਵਰਟਾਈਜ਼ਮੈਂਟ ਸੀਰੀਅਲ ਨੰਬਰ 21 ਦੱਬਣਗੇ। ਪੰਜਾਬੀ ਵਾਲੇ ਬੱਚੇ ਐਡਵਰਟਾਈਜ਼ਮੈਂਟ ਸੀਰੀਅਲ ਨੰਬਰ 31 ਦੱਬਣਗੇ। ਜੇ ਆਪਾਂ ਬੋਟਨੀ ਵਾਲਿਆਂ ਦੀ ਗੱਲ ਕਰੀਏ, ਬੋਟਨੀ ਦਾ ਸੀਰੀਅਲ ਨੰਬਰ 3 ਹੈ, ਤਾਂ ਬੋਟਨੀ ਵਾਲੇ ਬੱਚੇ ਫਿਰ ਇੱਥੇ ਕਲਿੱਕ ਕਰਨਗੇ ਤੇ ਉਹ ਆਪਣੀ ਨੋਟੀਫਿਕੇਸ਼ਨ ਜਿਹੜੀ ਉਹਨਾਂ ਦੀ ਸਬਜੈਕਟ ਸਪੈਸੀਫਿਕ ਨੋਟੀਫਿਕੇਸ਼ਨ ਹੈ ਉਹਨੂੰ ਤੁਸੀਂ ਕੱਢੋਗੇ। ਤਾਂ ਇਸ ਚੀਜ਼ ਦਾ ਪਹਿਲਾਂ ਧਿਆਨ ਰੱਖਣਾ ਕਿ ਤੁਸੀਂ ਜਦੋਂ ਰਿਕਰੂਟਮੈਂਟ ਬੋਰਡ ਦੀ ਸਾਈਟ ਖੋਲ ਲਓਗੇ ਤਾਂ ਸੱਜੇ ਹੱਥ ਥੱਲੇ ਹਾਇਰ ਐਜੂਕੇਸ਼ਨ ਤੇ ਕਲਿੱਕ ਕਰੋਗੇ। ਕਲਿੱਕ ਕਰਨ ਤੋਂ ਬਾਅਦ ਜਿਹੜਾ ਪੇਜ ਖੁੱਲਣਾ, ਸਭ ਤੋਂ ਪਹਿਲਾਂ ਤੁਸੀਂ ਪਬਲਿਕ ਨੋਟਿਸ ਦੇ ਵਿੱਚ ਜਾ ਕੇ ਆਪਣਾ ਸਬਜੈਕਟ ਦੇਖਣਾ ਕਿੰਨੇ ਨੰਬਰ ਤੇ ਹੈ, ਉਹਦੀਆਂ ਭਰਤੀਆਂ ਕਿੰਨੀਆਂ ਖੁੱਲੀਆਂ ਨੇ, ਉਹਦੇ ਨਾਲ ਉਹਦਾ ਸੀਰੀਅਲ ਨੰਬਰ ਦੇਖ ਕੇ ਫਿਰ ਉਸ ਸੀਰੀਅਲ ਨੰਬਰ ਦਾ ਜਿਹੜਾ ਸਪੈਸੀਫਿਕ ਲਿੰਕ ਹੋਊਗਾ ਉਹਨੂੰ ਲਿੰਕ ਨੂੰ ਤੁਸੀਂ ਖੋਲਣਾ। ਆਪਾਂ ਉਦਾਹਰਨ ਦੇ ਵਜੋਂ ਅੰਗਰੇਜ਼ੀ ਦਾ ਖੋਲਦੇ ਹਾਂ। ਆਪਾਂ ਇੰਗਲਿਸ਼ ਸਬਜੈਕਟ ਦਾ ਸੀਰੀਅਲ ਨੰਬਰ ਜਿਹੜਾ ਕਿ ਇੱਥੇ 21 ਨੰਬਰ ਤੇ ਸੀ, ਤਾਂ ਆਪਾਂ 21 ਨੰਬਰ ਤੇ ਕਲਿੱਕ ਕੀਤਾ। ਆਪਣਾ ਇੰਗਲਿਸ਼ ਦਾ ਨੋਟੀਫਿਕੇਸ਼ਨ ਖੁੱਲ ਗਿਆ। ਹੁਣ ਇੰਗਲਿਸ਼ ਦੇ ਨੋਟੀਫਿਕੇਸ਼ਨ ਦੇ ਵਿੱਚ ਕੀ ਹੈ, ਆਪਾਂ ਪਿੱਛੇ ਦੇਖਿਆ ਸੀ ਪਬਲਿਕ ਨੋਟਿਸ ਦੇ ਵਿੱਚ ਕਿ ਅੰਗਰੇਜ਼ੀ ਦੀ 154 ਪੋਸਟਾਂ ਸੀ। ਤਾਂ ਉਹਨਾਂ 154 ਪੋਸਟਾਂ ਦੀ ਸਾਰੀ ਉਹਨਾਂ ਨੇ ਕੱਟ ਆਫ ਦਿੱਤੀ ਹੋਈ ਆ ਕਿ ਉਹ 154 ਦੇ ਵਿੱਚੋਂ ਕੈਟੇਗਰੀ ਵਾਈਜ਼ ਕਿਹੜੀ ਕੈਟੇਗਰੀ ਦੀਆਂ ਕਿੰਨੀਆਂ ਪੋਸਟਾਂ ਨੇ। ਜਿਹਦੇ ਵਿੱਚ ਜਨਰਲ ਦੀਆਂ 44 ਪੋਸਟਾਂ ਨੇ, ਜਨਰਲ ਦੇ ਵਿੱਚ EWS ਕੈਟੇਗਰੀ ਦੀਆਂ 10 ਪੋਸਟਾਂ ਨੇ, ਜਨਰਲ ਦੇ ਵਿੱਚ ਔਰਤਾਂ ਦੀਆਂ 17 ਪੋਸਟਾਂ ਨੇ, ਜਨਰਲ ਦੇ ਵਿੱਚ EWS ਦੀਆਂ ਔਰਤਾਂ ਦੀਆਂ 5 ਪੋਸਟਾਂ ਨੇ। ਬਾਕੀ ਕਾਸਟ ਦੇ ਵਿੱਚ ਸ਼ੈਡਿਊਲ ਕਾਸਟ ਦੀਆਂ SC ਦੀਆਂ 18 ਪੋਸਟਾਂ ਤੇ SC ਦੇ ਵਿੱਚ ਫੀਮੇਲ ਦੀਆਂ 13 ਪੋਸਟਾਂ ਨੇ। ਫੀਮੇਲ ਦੀਆਂ ਪੋਸਟਾਂ ਜਿਹੜੀਆਂ 2020 ਦਾ ਸਾਡਾ ਲਾਅ ਬਣਿਆ ਸੀਗਾ, ਔਰਤਾਂ ਦੇ ਲਈ ਵੱਖਰਾ ਰਾਖਵਾਂਕਰਨ ਆਇਆ ਸੀ, ਉਹਦੇ ਆਧਾਰ ਤੇ ਇਹ ਵੱਖਰੀਆਂ ਪੋਸਟਾਂ ਕੱਢੀਆਂ ਗਈਆਂ ਨੇ। SC ਦੇ ਵਿੱਚ ਐਕਸ ਸਰਵਿਸਮੈਨ ਨੇ ਜਿਹੜੇ, ਉਹਨਾਂ ਦੀਆਂ 6 ਪੋਸਟਾਂ ਨੇ।
ਬੈਕਵਰਡ ਕਲਾਸ ਦੀਆਂ ਕੁੱਲ 9 ਪੋਸਟਾਂ। ਉਸ ਤੋਂ ਇਲਾਵਾ ਬੈਕਵਰਡ ਕਲਾਸ 'ਚ ਫੀਮੇਲ ਦਾ ਕੋਟਾ 6 ਪੋਸਟਾਂ, ਬੈਕਵਰਡ ਕਲਾਸ 'ਚ ਐਕਸ ਸਰਵਿਸਮੈਨ ਦੀਆਂ 3 ਪੋਸਟਾਂ, ਕੱਲੇ ਐਕਸ ਸਰਵਿਸਮੈਨ ਜਿਹੜੇ ਕਿਸੇ ਕੈਟੇਗਰੀ 'ਚ ਨਹੀਂ ਆਉਂਦੇ 5 ਪੋਸਟਾਂ, ਐਕਸ ਸਰਵਿਸਮੈਨ ਦੇ ਵਿੱਚ ਫੀਮੇਲ ਦੀਆਂ 6 ਪੋਸਟਾਂ, ਹੈਂਡੀਕੈਪਡ ਦੀਆਂ, ਹੈਂਡੀਕੈਪਡ ਉਹ ਫਿਜ਼ੀਕਲੀ ਵੀ ਹੈਂਡੀਕੈਪਡ ਹੋ ਸਕਦਾ ਹੈ, ਵਿਜ਼ੂਅਲੀ ਵੀ ਹੈਂਡੀਕੈਪਡ ਹੋ ਸਕਦਾ ਹੈ, ਹੈਂਡੀਕੈਪਡ ਦੀਆਂ ਕੁੱਲ 6 ਪੋਸਟਾਂ ਨੇ। ਸਪੋਰਟਸਮੈਨ ਜਨਰਲ ਸਪੋਰਟਸਮੈਨ ਦੀ ਇੱਕ ਭਰਤੀ ਹੈ, ਸਪੋਰਟਸਮੈਨ ਐਸਸੀ ਕੈਟੇਗਰੀ ਦੇ ਵਿੱਚੋਂ 2 ਪੋਸਟਾਂ, ਸਪੋਰਟਸਮੈਨ ਫੀਮੇਲ ਦੀਆਂ ਵੀ 2 ਪੋਸਟਾਂ ਤੇ ਫਰੀडम ਫਾਈਟਰ ਕੋਟੇ ਵਾਲੇ ਦੀ 1 ਪੋਸਟ ਹੈ। ਤਾਂ ਆਪਾਂ ਅੰਗਰੇਜ਼ੀ ਸਬਜੈਕਟ ਦੀ ਨੋਟੀਫਿਕੇਸ਼ਨ ਖੋਲੀ ਹੈ ਤਾਂ ਤੁਸੀਂ ਆਪੋ ਆਪਣੇ ਸਬਜੈਕਟ ਦੀ ਨੋਟੀਫਿਕੇਸ਼ਨ ਖੋਲੋਗੇ। ਪਬਲਿਕ ਨੋਟਿਸ 'ਚ ਤੁਹਾਨੂੰ ਤੁਹਾਡੇ ਸਬਜੈਕਟ ਦੀਆਂ ਕੁੱਲ ਭਰਤੀਆਂ ਪਤਾ ਲੱਗ ਜਾਣਗੀਆਂ ਕਿ ਕਿੰਨੀਆਂ ਪੋਸਟਾਂ ਨਿਕਲੀਆਂ ਨੇ। ਫਿਰ ਜਦੋਂ ਤੁਸੀਂ ਉਸ ਸੀਰੀਅਲ ਨੰਬਰ ਤੇ ਆਰਡਰ ਤੇ ਕਲਿੱਕ ਕਰਕੇ ਐਡਵਰਟਾਈਜ਼ਮੈਂਟ ਖੋਲੋਗੇ ਤਾਂ ਉਹਦੇ ਵਿੱਚੋਂ ਤੁਹਾਨੂੰ ਕੁੱਲ ਜਿਵੇਂ ਅੰਗਰੇਜ਼ੀ ਦੀ 154 ਸੀ ਤਾਂ 154 ਦਾ ਪਤਾ ਲੱਗ ਜੂ ਕਿ ਕੈਟੇਗਰੀ ਵਾਈਜ਼ 154 ਚੋਂ ਕਿੰਨੀਆਂ ਪੋਸਟਾਂ ਕਿਹੜੀ ਕੈਟੇਗਰੀ ਲਈ, ਕਿੰਨੀਆਂ ਪੋਸਟਾਂ ਕਿਹੜੀ ਕੈਟੇਗਰੀ ਲਈ। ਤਾਂ ਸਭ ਤੋਂ ਪਹਿਲਾਂ ਬੱਚੇ ਤੁਹਾਨੂੰ ਇਹਨਾਂ ਦਾ ਪਤਾ ਲੱਗ ਜੂ। ਮੈਂ ਤੁਹਾਨੂੰ ਆਪਣੀ ਕੈਟੇਗਰੀ ਦਾ ਪਤਾ ਹੋਊਗਾ ਕਿ ਤੁਸੀਂ ਕਿਹੜੀ ਕੈਟੇਗਰੀ ਦੇ ਵਿੱਚ ਫਾਲ ਕਰਦੇ ਹੋ ਤਾਂ ਅਕੋਰਡਿੰਗਲੀ ਤੁਹਾਡੀਆਂ ਓਨੀਆਂ ਪੋਸਟਾਂ ਹੋਣਗੀਆਂ। ਇਸ ਤੋਂ ਬਾਅਦ ਸਭ ਤੋਂ ਵੱਡਾ ਸਵਾਲ ਕਿ ਅਪਲਾਈ ਕਰਨਾ ਕਿੱਥੇ ਹੈ। ਆਪਾਂ ਬੱਚੇ ਐਜੂਕੇਸ਼ਨ ਬੋਰਡ ਦਾ ਜਿਹੜਾ ਆਪਾਂ ਐਜੂਕੇਸ਼ਨ ਬੋਰਡ ਦੀ ਵੈਬਸਾਈਟ ਖੋਲੀ ਸੀ ਜਿੱਥੇ ਹਾਇਰ ਐਜੂਕੇਸ਼ਨ ਦੇ ਵਿੱਚ ਨੋਟਿਸ ਨਿਕਲਿਆ ਸੀ, ਤਾਂ ਆਪਾਂ ਇੱਕ ਤਾਂ ਉਹੀ educationrecruitmentboard.com ਐਜੂਕੇਸ਼ਨ ਰਿਕਰੂਟਮੈਂਟ ਬੋਰਡ ਸਪੈਲਿੰਗ ਧਿਆਨ ਨਾਲ ਦਿਖ ਜਾਂਦੇ ਨੇ, ਚਲੋ ਖੈਰ educationrecruitmentboard.com ਜਾਂ ਫਿਰ eservices.gnu.ac.in ਦਾ ਜਿਹੜਾ ਗਵਰਨਮੈਂਟ ਰਿਕਰੂਟਮੈਂਟ ਦਾ ਪੋਰਟਲ ਹੈ, ਉੱਥੇ ਤੁਸੀਂ ਦੋਨਾਂ ਵਿੱਚੋਂ ਕਿਸੇ ਵੀ ਇੱਕ ਲਿੰਕ ਤੇ ਖੋਲ ਕੇ ਅਪਲਾਈ ਕਰ ਸਕਦੇ ਹੋ। ਅਪਲਾਈ ਕਰਨ ਦੀ ਤਰੀਕ ਵੱਡੇ ਅੱਖਰਾਂ 'ਚ ਉਹਨਾਂ ਨੇ ਲਿਖੀ ਹੋਈ ਹੈ ਕਿ ਬੱਚੇ 8 ਨਵੰਬਰ ਹੈ ਤੇ 8 ਨਵੰਬਰ ਦਾ ਇਹ ਮਤਲਬ ਨਹੀਂ ਹੈਗਾ ਕਿ 8 ਨਵੰਬਰ ਸਾਰੇ ਦਿਨ 'ਚ ਜਦੋਂ ਮਰਜ਼ੀ ਅਪਲਾਈ ਕਰ ਸਕਦੇ ਆ। 8 ਨਵੰਬਰ ਸ਼ਾਮ ਦੇ 5 ਵਜੇ ਤੱਕ ਤੁਸੀਂ ਅਪਲਾਈ ਕਰਨਾ ਹੈ। ਤਾਂ 5 ਵਜੇ ਲਿੰਕ ਬੰਦ ਹੋ ਜਾਊਗਾ। 8 ਨਵੰਬਰ ਦਾ ਮਤਲਬ ਇਹ ਨਹੀਂ ਕਿ ਰਾਤ ਦੇ 12 ਵਜੇ ਤੱਕ ਲਿੰਕ ਖੁੱਲਾ ਹੋਊਗਾ। ਅਪਲਾਈ ਕਰਨ ਦੀ ਆਖਰੀ ਤਰੀਕ 8 ਤਰੀਕ ਹੈ ਨਵੰਬਰ ਮਹੀਨੇ ਦੀ ਤੇ ਸ਼ਾਮ ਦੇ 5 ਵਜੇ ਤੱਕ। ਤਾਂ ਮਤਲਬ ਆਮ ਤੌਰ ਤੇ ਇੱਕ ਤਾਂ ਤੁਹਾਡੇ ਨਾਲ ਸਿੱਧੀ ਗੱਲ ਇਹ ਕਰ ਲੈਂਦੇ ਆ ਕਿ ਬੱਚੇ ਤੁਸੀਂ ਆਪਦੀਆਂ PhDਆਂ ਕਰਕੇ ਨੌਕਰੀਆਂ ਕਰਨ ਲੱਗ ਗਏ ਸੀ, ਜਿਹੜੇ ਵੀ ਕਾਲਜ ਸਕੂਲ 'ਚ ਜਿੱਥੇ ਵੀ ਤੁਸੀਂ ਪੜ੍ਹਾ ਰਹੇ ਹੋ। ਤੁਸੀਂ ਬਹੁਤੇ ਪੇਪਰ ਨਹੀਂ ਦਿੱਤੇ ਹੋਣਗੇ ਤਾਂ ਪੇਪਰ ਭਰਨ ਦਾ ਤਜਰਬਾ ਵੀ ਉਨਾ ਹੀ ਘੱਟ ਹੋਊਗਾ। ਇੱਕ ਗੱਲ ਧਿਆਨ 'ਚ ਰੱਖਣੀ ਹੁੰਦੀ ਆ ਕਿ ਜਦੋਂ ਵੀ ਕੋਈ ਪੋਸਟਾਂ ਨਿਕਲਦੀਆਂ ਨੇ ਬਹੁਤ ਜ਼ਿਆਦਾ ਵਿਦਿਆਰਥੀਆਂ ਨੇ ਅਪਲਾਈ ਕਰਨਾ ਹੁੰਦਾ। ਹੁਣ ਜੇ 1100 ਪੋਸਟਾਂ ਨਿਕਲੀਆਂ ਨੇ ਤਾਂ ਹੋਰ ਨਹੀਂ ਤਾਂ 10,000 20,000 ਕੀ ਪਤਾ ਕਿੰਨੀ ਗਿਣਤੀ ਦੇ ਵਿੱਚ ਵਿਦਿਆਰਥੀਆਂ ਨੇ ਅਪਲਾਈ ਕਰਨਾ। ਤਾਂ ਇੱਕ ਆਮ ਤੌਰ ਤੇ ਚੀਜ਼ ਜਿਹੜੀ ਵਾਪਰਦੀ ਹੈ ਕਿ ਜਿਹੜੀ ਆਖਰੀ ਤਰੀਕ ਆ, ਆਖਰੀ ਤਰੀਕ ਦੇ ਦਿਨਾਂ 'ਚ ਜਾ ਕੇ ਜਿਵੇਂ 8 ਨਵੰਬਰ ਆਖਰੀ ਤਰੀਕ ਹੈ ਤਾਂ 6 7 8 ਨਵੰਬਰ ਮੰਨ ਲਓ ਕਿ ਆਖਰੀ 2-3 ਦਿਨ ਵੈਬਸਾਈਟ ਹੈਵੀ ਹੋ ਜਾਂਦੀ ਹੈ। ਬਹੁਤ ਜ਼ਿਆਦਾ ਬੱਚੇ ਜਿਹੜੇ ਸ਼ੁਰੂ 'ਚ ਢਿੱਲਪੁਣਾ ਜਿਹਾ ਵਰਤ ਲੈਂਦੇ ਨੇ ਵੀ ਚਲੋ ਕੋਈ ਨਹੀਂ ਭਰ ਲਾਂਗੇ, ਅਖੀਰਲੇ ਦਿਨਾਂ 'ਚ ਜਾ ਕੇ ਯਾਦ ਆਉਂਦਾ ਤਾਂ ਅਖੀਰਲੇ ਦਿਨਾਂ 'ਚ ਭਰਨ ਵਾਲੇ ਬੱਚਿਆਂ ਦੀ ਗਿਣਤੀ ਵੱਧ ਜਾਂਦੀ ਹੈ। ਵੈਬਸਾਈਟ ਹੈਂਗ ਵੀ ਹੋ ਜਾਂਦੀ ਆ, ਰੁਕ ਜਾਂਦੀ ਆ, ਨੈਟ ਸਲੋ ਕਰਕੇ ਵੈਸੇ ਰੁਕ ਜਾਂਦੀ ਆ, ਤਾਂ ਕਈ ਵਾਰ ਆਖਰੀ ਦਿਨਾਂ 'ਚ ਭਰਿਆ ਨਹੀਂ ਜਾਂਦਾ। ਤਾਂ ਇਸ ਕਰਕੇ ਤੁਸੀਂ ਇਹ ਨਹੀਂ ਹੈਗਾ ਕਿ 8 ਤਰੀਕ ਤੱਕ ਭਰ ਸਕਦੇ ਆ ਤਾਂ 5 ਤਰੀਕ ਤੋਂ ਬਾਅਦ ਹੀ ਭਰਨ ਲੱਗਣਾ। ਜਦੋਂ ਹੀ ਇਹ ਲਿੰਕ ਐਕਟੀਵੇਟ ਹੋਊਗਾ, ਚਾਹੇ ਅੱਜ ਹੋ ਜਾਏ ਚਾਹੇ 4 ਦਿਨ ਬਾਅਦ ਹੋਵੇ, 25 ਨੂੰ ਹੋਵੇ, ਜਿੰਨੀ ਮਰਜ਼ੀ ਤਰੀਕ ਨੂੰ ਲਿੰਕ ਐਕਟੀਵੇਟ ਹੋਵੇ, ਜਲਦੀ ਤੋਂ ਜਲਦੀ ਭਰਨ ਦੀ ਕੋਸ਼ਿਸ਼ ਕਰਨੀ ਹੈ ਕਿ ਵੈਬਸਾਈਟਸ ਦੇ ਉੱਤੇ ਟ੍ਰੈਫਿਕ ਨਾ ਹੋਵੇ, ਅਸੀਂ ਪਹਿਲਾਂ ਹੀ ਸੌਖੇ ਤਰੀਕੇ ਨਾਲ ਭਰ ਸਕੀਏ। ਭਰਨ ਵੇਲੇ ਸਭ ਤੋਂ ਵੱਡੀ ਗੱਲ ਫੀਸ ਕਿੰਨੀ ਹੈ ਬੱਚੇ। ਫੀਸ ਜਨਰਲ ਕੈਟੇਗਰੀ ਦੀ ਫੀਸ 1500 ਹੈ। ਜਨਰਲ ਕੈਟੇਗਰੀ ਦੇ ਨਾਲ ਜਿਹੜੇ ਸਪੋਰਟਸ ਵਾਲੇ ਵਿਦਿਆਰਥੀ ਨੇ ਜਾਂ ਫਿਰ ਫਰੀडम ਫਾਈਟਰ ਕੋਟਾ ਜਿਹੜਾ, ਤਾਂ ਇਹਨਾਂ ਸਾਰੇ ਵਿਦਿਆਰਥੀਆਂ ਦੀ ਫੀਸ 1500 ਰਹਿਣੀ ਹੈ। ਫੀਸ 1500 ਹੈ, ਭਰਨੀ ਕਿਵੇਂ ਸਾਰੀ ਗੱਲ ਕਰਦੇ ਆ। ਇਸ ਤੋਂ ਬਿਨਾਂ ਕੈਟੇਗਰੀ ਵਾਈਜ਼ SC ਤੇ ST ਕੈਟੇਗਰੀ ਤੇ ਨਾਲ OBC ਬੈਕਵਰਡ ਕਲਾਸ ਹੈ, ਉਹਨਾਂ ਦੀ ਫੀਸ ਬੱਚੇ 750 ਰੁਪਏ ਆ। ਐਕਸ ਸਰਵਿਸਮੈਨ ਨੇ ਜਿਹੜੇ ਸਿਰਫ ਪੰਜਾਬ ਸਟੇਟ ਉਹਨਾਂ ਨੇ ਲਿਖਿਆ ਹੋਇਆ ਹੈ, ਪੰਜਾਬ ਸਟੇਟ ਦੇ ਐਕਸ ਸਰਵਿਸਮੈਨ ਨੇ ਉਹਨਾਂ ਦੀ ਫੀਸ 500 ਰੁਪਏ ਹੈ। ਇਸ ਤੋਂ ਬਿਨਾਂ EWS ਕੋਟਾ ਡਿਸੇਬਲ ਪਰਸਨਸ, ਡਿਸੇਬਲ ਚਾਹੇ ਵਿਜ਼ੂਅਲੀ ਡਿਸੇਬਲਡ ਨੇ ਚਾਹੇ ਫਿਜ਼ੀਕਲੀ ਡਿਸੇਬਲਡ ਨੇ, ਤੇ ਐਕਸ ਸਰਵਿਸਮੈਨ ਦੇ ਜਿਹੜੇ ਡਿਸੈਂਡੈਂਟਸ ਨੇ ਉਹਨਾਂ ਦੀ ਫੀਸ ਬੱਚੇ 500 ਰੁਪਏ ਹੈ। ਤਾਂ ਤੁਸੀਂ ਕਿਹੜੀ ਕੈਟੇਗਰੀ 'ਚ ਫੋਲ ਕਰਦੇ ਹੋ ਅਕੋਰਡਿੰਗਲੀ ਤੁਹਾਡੀ ਫੀਸ ਪਤਾ ਲੱਗ ਜੂ। ਫੀਸ ਆਫਲਾਈਨ ਨਹੀਂ ਭਰਨੀ ਹੈਗੀ, ਕੋਈ ਚਲਾਨ ਨਹੀਂ ਬਣਵਾਉਣਾ, ਕਿਸੇ ਬੈਂਕ 'ਚ ਨਹੀਂ ਭਰਨੀ ਹੈਗੀ ਜਾ ਕੇ, ਤੁਸੀਂ ਫੀਸ ਭਰਨੀ ਹੈ। ਮੇਰੇ ਖਿਆਲ 'ਚ ਇੱਥੇ ਇਹਨਾਂ ਨੇ ਲਿਖਿਆ ਹੋਊਗਾ, ਮੈਂ ਅਗਲੀ ਨੋਟੀਫਿਕੇਸ਼ਨ ਦੇ ਵਿੱਚ ਲਿਖਿਆ ਫੀਸ ਆਨਲਾਈਨ ਭਰੀ ਜਾਣੀ ਆ। ਉਹਦੇ ਲਈ ਤੁਸੀਂ ਡੈਬਿਟ ਕਾਰਡ, ਕ੍ਰੈਡਿਟ ਕਾਰਡ, ਜਿਹੜਾ ਵੀ ਕਾਰਡ ਯੂਜ਼ ਕਰਦੇ ਹੋ, ਫੀਸ ਆਨਲਾਈਨ ਭਰੀ ਜਾਣੀ ਹੈ। ਤੁਸੀਂ ਪਹਿਲਾਂ ਫਾਰਮ ਭਰੋਗੇ, ਸਾਰਾ ਫਾਰਮ ਭਰ ਕੇ
ਇੱਕ ਹੋਰ ਗੱਲ ਧਿਆਨ ਚ ਰੱਖਣੀ ਹੈ ਬੱਚੇ, ਜਿਹੜੇ ਵਿਦਿਆਰਥੀ ਤਾਂ ਆਮ ਤੌਰ ਤੇ ਫਾਰਮ ਵਗੈਰਾ ਭਰਦੇ ਰਹਿੰਦੇ ਨੇ, ਆਨਲਾਈਨ ਫਾਰਮ ਭਰਦੇ ਰਹਿੰਦੇ ਨੇ, ਉਹਨਾਂ ਨੂੰ ਤਾਂ ਇਹ ਤਜਰਬਾ ਵੀ ਹੋਣਾ। ਜਿਹੜੇ ਵਿਦਿਆਰਥੀਆਂ ਨੇ ਇੰਨਾ ਇਸ ਫੀਲਡ ਦੇ ਵਿੱਚ ਤਜਰਬਾ ਨਹੀਂ ਲਿਆ, ਬਹੁਤੇ ਫਾਰਮ ਨਹੀਂ ਭਰੇ, ਇੱਕ ਚੀਜ਼ ਦਾ ਧਿਆਨ ਰੱਖਿਓ, ਤੁਸੀਂ ਜਦੋਂ ਹੀ ਆਪਣਾ ਪੂਰਾ ਫਾਰਮ ਭਰਤਾ, ਐਪਲੀਕੇਸ਼ਨ ਫਾਰਮ ਕੰਪਲੀਟ ਕਰਨ ਤੋਂ ਬਾਅਦ ਉਹਨੂੰ ਤੁਸੀਂ ਸਬਮਿਟ ਕਰੋਗੇ, ਉਸ ਤੋਂ ਬਾਅਦ ਫੀਸ ਭਰਨੀ ਹੈ, ਤਾਂ ਕੋਸ਼ਿਸ਼ ਕਰਿਓ ਕੁਝ ਅੱਧੇ ਕੁ ਦਿਨ ਜਾਂ ਇੱਕ ਦਿਨ ਦਾ ਗੈਪ ਪਾ ਕੇ ਫੀਸ ਭਰਨੀ ਹੈ। ਅਸੀਂ ਜੇ ਅੱਜ ਸਵੇਰੇ ਜਾਂ ਅੱਜ ਦੁਪਹਿਰੇ ਅਸੀਂ ਫਾਰਮ ਭਰ ਰਹੇ ਹਾਂ ਤਾਂ ਕੱਲ ਸਵੇਰੇ ਉੱਠ ਕੇ ਫੀਸ ਭਰ ਲਿਓ। ਇਹ ਨਹੀਂ ਹੈਗਾ ਕਿ ਫਾਰਮ ਭਰਨ ਸਰ ਅਸੀਂ ਫੀਸ ਭਰਨ ਲੱਗ ਜਾਣਾ, ਤਾਂ ਥੋੜਾ ਜਿਹਾ ਗੈਪ ਪਾ ਕੇ ਮੈਂ ਕੋਸ਼ਿਸ਼ ਕਰ ਲਈਦੀ ਹੈ ਕਿ 24 ਘੰਟਿਆਂ ਦਾ ਗੈਪ ਪਾ ਲਈਦਾ, ਇੱਕ ਦਿਨ ਦਾ ਗੈਪ ਪਾ ਲਈਦਾ। ਤਾਂ ਅੱਜ ਜੇ ਅਸੀਂ ਫਾਰਮ ਭਰਿਆ ਤਾਂ ਅੱਜ ਫੀਸ ਭਰਨ ਦੀ ਕਾਹਲੀ ਨਹੀਂ ਕਰਨੀ, ਅਗਲੇ ਦਿਨ ਫੀਸ ਭਰਨੀ ਹੈ। ਤਾਂ ਇਸੇ ਕਰਕੇ ਮੈਂ ਕਹਿ ਰਿਹਾ ਕਿ 8 ਨਵੰਬਰ ਆਖਰੀ ਦਿਨਾਂ ਨੂੰ ਨਾ ਉਡੀਕ ਕੇ ਅਸੀਂ ਸ਼ੁਰੂ 'ਚ ਜਦੋਂ ਹੀ ਲਿੰਕ ਐਕਟੀਵੇਟ ਹੁੰਦਾ ਉਦੋਂ ਹੀ ਫਾਰਮ ਭਰਨਾ ਸ਼ੁਰੂ ਕਰੀਏ। ਫਾਰਮ ਭਰਨ ਤੋਂ ਬਾਅਦ ਸਬਮਿਟ ਕਰਨ ਤੋਂ ਬਾਅਦ ਕਰੀਬ ਇੱਕ ਦਿਨ ਦਾ ਤੁਸੀਂ ਵੇਟ ਕਰਨਾ ਤੇ ਫਿਰ 24 ਘੰਟਿਆਂ ਬਾਅਦ ਅਗਲੇ ਦਿਨ ਤੁਸੀਂ ਆਪਣੀ ਫੀਸ ਭਰਨੀ ਹੈ। ਫੀਸ ਆਨਲਾਈਨ ਭਰੀ ਜਾਣੀ ਹੈ। ਕਿੰਨੀ ਫੀਸ ਭਰੀ ਜਾਣੀ ਹੈ ਬੱਚਿਓ ਤੁਹਾਡੇ ਸਾਹਮਣੇ ਹੈ, ਬੜੇ ਸਾਫ਼ ਸ਼ਬਦਾਂ 'ਚ ਉਹਨਾਂ ਨੇ ਲਿਖਿਆ, ਦਾ ਕੈਂਡੀਡੇਟਸ ਵਿਲ ਹੈਵ ਟੂ ਪ੍ਰੋਡਿਊਸ ਦਾ ਪੇਮੈਂਟ ਸਲਿਪ ਆਫ ਪ੍ਰੋਸੈਸਿੰਗ ਫੀ ਐਟ ਦਾ ਟਾਈਮ ਆਫ ਸਕ੍ਰੂਟੀਨੀ ਆਫ ਡਾਕੂਮੈਂਟਸ, ਕਿ ਜਦੋਂ ਤੁਹਾਡੀ ਡਾਕੂਮੈਂਟ ਵੈਰੀਫਿਕੇਸ਼ਨ ਹੋਣੀ ਹੈ ਉਦੋਂ ਤੁਹਾਡੇ ਹੱਥ 'ਚ ਤੁਹਾਡੀ ਪੇਮੈਂਟ ਸਲਿਪ ਹੋਣੀ ਚਾਹੀਦੀ ਆ। ਪੇਮੈਂਟ ਸਲਿੱਪ ਹੱਥ ਦੇ ਵਿੱਚ ਤਾਂ ਆਊਗੀ ਕਿ ਬੱਚੇ ਜਦੋਂ ਵੀ ਤੁਸੀਂ ਆਨਲਾਈਨ ਫੀਸ ਇਹ ਭਰਨੀ ਆ ਕ੍ਰੈਡਿਟ ਜਾਂ ਡੈਬਿਟ ਕਾਰਡ ਦੇ ਹਿਸਾਬ ਨਾਲ, ਤਾਂ ਉਹਦਾ ਪ੍ਰਿੰਟ ਆਊਟ ਨਾਲ ਦੀ ਨਾਲ ਕਢਾਉਣਾ, ਪ੍ਰਿੰਟ ਆਊਟ ਕਢਾਉਣਾ ਤੇ ਪ੍ਰਿੰਟ ਆਊਟ ਸਾਂਭਣਾ। ਤਾਂ ਇਸ ਕਰਕੇ ਬੱਚੇ ਜਿੱਦਣ ਸਾਡੀ ਡਾਕੂਮੈਂਟ ਵੈਰੀਫਿਕੇਸ਼ਨ ਹੋਣੀ ਹੈ, ਹੋਰ ਸਾਡੇ ਸਾਰੇ 10ਵੀਂ 12ਵੀਂ ਤੋਂ ਲੈ ਕੇ MA PhD ਤੱਕ ਦੇ ਡਾਕੂਮੈਂਟਾਂ ਦੇ ਨਾਲ ਸਾਡੀ ਫੀਸ ਸਲਿੱਪ ਵੀ ਚੈੱਕ ਹੋਣੀ ਹੈ। ਇਸ ਕਰਕੇ ਫੀਸ ਸਲਿੱਪ ਫੀਸ ਭਰਨ ਤੋਂ ਬਾਅਦ ਇਮੀਡੀਏਟਲੀ ਪ੍ਰਿੰਟ ਆਊਟ ਕੱਢਣਾ ਤੇ ਉਹਨੂੰ ਸਾਂਭ ਕੇ ਰੱਖਣਾ। ਇਸ ਤੋਂ ਬਾਅਦ ਉਹਨਾਂ ਨੇ 2-3 ਗੱਲਾਂ ਲਿਖੀਆਂ ਨੇ, ਇੰਨੇ ਤਾਂ ਤੁਸੀਂ ਵੀ ਮਤਲਬ ਸਿਆਣੇ ਹੈਗੇ ਹੋ ਕਿ ਭਾਈ ਅਪਲਾਈ ਜਿਹੜੇ ਬੱਚੇ ਕਰ ਰਹੇ ਨੇ ਉਹਨਾਂ ਨੇ ਫੀਸ ਭਰਨੀ ਹੈ। ਜੇ ਉਹਨਾਂ 'ਚ ਕੁਝ ਬੱਚਿਆਂ ਦਾ ਪੇਪਰ ਨਹੀਂ ਕਲੀਅਰ ਹੋ ਰਿਹਾ, ਮਤਲਬ ਉਹ ਨਹੀਂ ਸਿਲੈਕਟ ਹੋ ਰਹੇ, ਇਹਦਾ ਮਤਲਬ ਇਹ ਨਹੀਂ ਕਿ ਫੀਸਾਂ ਮੁੜਨਗੀਆਂ, ਫੀਸਾਂ ਨਹੀਂ ਮੁੜਨਗੀਆਂ। ਜੇ ਤੁਸੀਂ ਗਲਤੀ ਨਾਲ 2 ਵਾਰ ਫੀਸ ਭਰ ਗਏ, ਫੀਸਾਂ ਨਹੀਂ ਮੁੜਨਗੀਆਂ। ਤਾਂ ਇਸ ਕਰਕੇ ਸਟੈਪ ਬਾਏ ਸਟੈਪ ਕੱਲੀ ਚੀਜ਼ ਬਹੁਤ ਕੌਨਸ਼ੀਅਸਲੀ ਕਰਨੀ ਹੈ, ਬਹੁਤ ਧਿਆਨ ਨਾਲ ਕਰਨੀ ਹੈ। ਉਹਨਾਂ ਨੇ ਸਾਫ਼ ਸ਼ਬਦਾਂ 'ਚ ਲਿਖਿਆ, ਦਾ ਫੀਸ ਵਿਲ ਨਾਟ ਬੀ ਰਿਫੰਡਡ ਟੂ ਦਾ ਕੈਂਡੀਡੇਟਸ ਹੂ ਆਰ ਨਾਟ ਸ਼ਾਰਟਲਿਸਟਡ ਫॉर ਦਾ ਫਰਦਰ ਸਿਲੈਕਸ਼ਨ ਪ੍ਰੋਸੈਸ। ਜਿਹੜੇ ਸਿਲੈਕਟ ਨਹੀਂ ਹੋਣਗੇ ਫੀਸਾਂ ਨਹੀਂ ਮੁੜਨ ਲੱਗੀਆਂ। ਦਾ ਕੈਂਡੀਡੇਟਸ ਮਸਟ ਡਿਪੋਜ਼ਿਟ देयर ਫੀਸ ਕੇਅਰਫੁਲੀ, ਨੋ ਰਿਫੰਡ ਵਿਲ ਬੀ ਗਿਵਨ ਇਫ ਦਾ ਕੈਂਡੀਡੇਟਸ ਡਿਪੋਜ਼ਿਟ ਫੀਸ ਮਲਟੀਪਲ ਟਾਈਮਸ। ਕਈ ਵਾਰ 2 ਵਾਰ ਫੀਸ ਭਰੀ ਜਾਂਦੀ ਹੈ, ਫੀਸਾਂ ਨਹੀਂ ਮੁੜਨਗੀਆਂ। ਤਾਂ ਇਸ ਚੀਜ਼ ਦਾ ਧਿਆਨ ਰੱਖਣਾ, ਫੀਸ ਭਰਨ ਲੱਗਿਆ ਇੱਕ ਵਾਰ ਫੀਸ ਭਰੀ ਜਾਵੇ ਤਾਂ ਭਰੀ ਜਾਵੇ, ਉਹਦੀ ਜਿਹੜੀ ਤੁਹਾਡੀ ਫੀਸ ਸਲਿੱਪ ਹੋਣੀ ਹੈ ਉਹਦਾ ਪ੍ਰਿੰਟ ਆਊਟ ਕਢਾ ਕੇ ਸਾਹਮਣੇ ਤੇ ਉਹ ਡਾਕੂਮੈਂਟ ਵੈਰੀਫਿਕੇਸ਼ਨ ਵੇਲੇ ਸਾਡੇ ਕੰਮ ਆਉਣਾਗਾ। ਇਸ ਕਰਕੇ ਇਸ ਚੀਜ਼ ਦਾ ਥੋੜਾ ਜਿਹਾ ਧਿਆਨ ਰੱਖਿਓ। ਉਸ ਤੋਂ ਬਾਅਦ ਬੱਚੇ ਅਪਲਾਈ ਕੌਣ ਕਰ ਸਕਦਾ ਹੈ, ਐਲੀਜੀਬਿਲਿਟੀ ਕ੍ਰਾਈਟੇਰੀਆ ਕੀ ਹੈ, ਕੀ ਮੈਂ ਅਪਲਾਈ ਕਰ ਸਕਦਾ? ਮੈਂ ਅਪਲਾਈ ਕਰ ਸਕਦਾ ਜੇ ਮੈਂ MA 55% ਤੇ ਕੀਤੀ ਹੋਵੇ। ਮੈਂ ਜੇ MA 55% ਤੇ ਕੀਤੀ ਹੋਵੇ, ਉਸ ਤੋਂ ਬਾਅਦ ਹੋਰ ਕਿਹੜੀਆਂ ਸ਼ਰਤਾਂ ਨੇ ਆਪਾਂ ਉਹਨਾਂ ਦੀ ਗੱਲ ਕਰਦੇ ਹਾਂ। ਤਾਂ ਪਹਿਲੀ ਸ਼ਰਤ ਇਹ ਹੈ ਕਿ ਭਾਈ ਜੇ ਮੈਂ MA 55% ਤੇ ਕੀਤੀ ਹੈ, ਫਿਰ ਮੇਰੀ MA 55 ਤੋਂ ਘੱਟ ਤੇ ਤਾਂ ਮੈਂ ਨਹੀਂ ਅਪਲਾਈ ਕਰ ਸਕਦਾ। ਤੁਹਾਡੇ ਵਿੱਚੋਂ MA ਜਿਨ੍ਹਾਂ ਦੀ 55% ਤੇ ਉਹ ਅਪਲਾਈ ਕਰ ਸਕਦੇ, ਗੁੱਡ ਅਕੈਡਮਿਕ ਰਿਕਾਰਡ ਵਿਦ ਐਟਲੀਸਟ 55% ਆਫ ਦਾ ਮਾਰਕਸ or an equivalent grade of B in the 7-point scale with letter this at the ਮਾਸਟਰਸ ਡਿਗਰੀ। ਤੁਹਾਡੀ ਮਾਸਟਰਸ ਜਿਹੜੀ MA ਹੈ ਉਹ ਘੱਟੋ ਘੱਟ 55% ਤੇ ਹੋਣੀ ਚਾਹੀਦੀ ਆ। ਇਸ ਤੋਂ ਬਾਅਦ ਬੱਚੇ ਜਿਹੜਾ ਪੰਜਾਬ ਦੇ ਪੇਪਰਾਂ 'ਚ ਲਗਾਤਾਰ ਰੌਲਾ ਪਿਆ ਹੋਇਆ ਹੈ ਕਿ ਭਾਈ ਕੀ ਪੰਜਾਬ ਦੇ ਵਿੱਚ ਜਿਹੜੀਆਂ ਭਰਤੀਆਂ ਨਿਕਲ ਰਹੀਆਂ ਨੇ, ਇਹ ਤਾਂ ਕਾਲਜ ਦੇ ਲੈਕਚਰਾਰਾਂ ਦੀਆਂ ਨਿਕਲੀਆਂ ਨੇ, ਇਸ ਤੋਂ ਬਿਨਾਂ ਸਾਡੇ ਪਟਵਾਰੀ ਦੀਆਂ, ਸਬ ਇੰਸਪੈਕਟਰ ਦੀਆਂ, ਹੋਰ ਕਿੰਨੀਆਂ ਹੀ ਭਰਤੀਆਂ ਨਿਕਲੀਆਂ ਨੇ, ਐਕਸਾਈਜ਼ ਦੀਆਂ ਨਿਕਲੀਆਂ ਨੇ, ਨੈਬ ਤਹਿਸੀਲਦਾਰ ਦਾ ਪੇਪਰ ਹੋਣਾ ਹੈ। ਕੀ ਸਿਰਫ ਪੰਜਾਬ ਵਾਲੇ ਅਪਲਾਈ ਕਰ ਸਕਦੇ ਨੇ? ਤਾਂ ਇਸ ਚੀਜ਼ ਦਾ ਧਿਆਨ ਰੱਖਣਾ ਹੈ। ਪੰਜਾਬ ਤੋਂ ਬਾਹਰਲੇ ਵਿਦਿਆਰਥੀ ਵੀ ਅਪਲਾਈ ਕਰ ਸਕਦੇ ਨੇ। ਤਾਂ ਪੰਜਾਬ ਤੋਂ ਬਾਹਰਲੇ ਵਿਦਿਆਰਥੀ ਅਪਲਾਈ ਕਰ ਸਕਦੇ, ਇਹਦਾ ਮਤਲਬ ਇਹ ਹੈ ਕਿ ਫਿਰ ਕੰਪੀਟੀਸ਼ਨ ਵੱਧ ਰਿਹਾ ਹੈ। ਪਰ ਪੰਜਾਬ ਜਾਂ ਪੰਜਾਬ ਤੋਂ ਬਾਹਰਲੇ ਜਿਹੜੇ ਵੀ ਵਿਦਿਆਰਥੀ ਇਹਦੇ ਲਈ ਅਪਲਾਈ ਕਰਨਗੇ, ਉਹਨਾਂ ਦੀ 10ਵੀਂ ਦੇ ਵਿੱਚ ਮੈਟ੍ਰਿਕੂਲੇਸ਼ਨ ਦੇ ਵਿੱਚ ਪੰਜਾਬੀ ਚਾਹੇ ਰੈਗੂਲਰ ਕੰਪਲਸਰੀ ਸਬਜੈਕਟ ਚਾਹੇ ਇਲੈਕਟਿਵ ਦੇ ਬਤੌਰ ਪਾਸ ਹੋਣੀ ਚਾਹੀਦੀ ਆ। ਤਾਂ ਜਿਹੜੇ ਵਿਦਿਆਰਥੀਆਂ ਨੇ 10ਵੀਂ 'ਚ ਪੰਜਾਬੀ ਨਹੀਂ ਕੀਤੀ, ਮਤਲਬ ਸੁਭਾਵਕ ਹੈ ਕਿ ਪੰਜਾਬ ਵਾਲਿਆਂ ਨੇ ਤਾਂ ਚਾਹੇ CBSE 'ਚ ਪੜ੍ਹਾਈ ਕੀਤੀ ਹੈ, ਪੰਜਾਬ ਬੋਰਡ 'ਚ ਪੜ੍ਹਾਈ ਕੀਤੀ ਹੈ, 10ਵੀਂ 'ਚ ਪੰਜਾਬੀ ਕੀਤੀ ਹੀ ਹੁੰਦੀ ਆ। ਪਰ ਕਈ ਥਾਵਾਂ ਤੇ ਇਹ ਹੁੰਦਾ ਹੈ ਕਿ ਕੋਈ ICSE ਬੋਰਡ ਹੈ, ਉੱਥੇ ਬੱਚੇ ਹਿੰਦੀ ਲੈ ਲੈਂਦੇ ਆ, ਪੰਜਾਬੀ ਨਹੀਂ ਕਰਦੇ। ਜਾਂ ਪੰਜਾਬ ਤੋਂ ਬਾਹਰਲੇ ਜਿਹੜੇ ਰਾਜਸਥਾਨ, ਹਰਿਆਣੇ, ਹੋਰ ਸਟੇਟਾਂ ਦੇ ਹੋਰ ਸੂਬਿਆਂ ਦੇ ਜਿਹੜੇ ਵਿਦਿਆਰਥੀ ਹੋਣਗੇ, ਉਹਨਾਂ ਨੇ 10ਵੀਂ 'ਚ ਪੰਜਾਬੀ ਨਹੀਂ ਕੀਤੀ। ਤਾਂ ਜਾਂ ਤਾਂ ਤੁਸੀਂ ਕਦੇ ਅੱਗੇ ਜਾ ਕੇ ਪੰਜਾਬੀ ਦਾ ਸਪੈਸ਼ਲ 10ਵੀਂ ਦਾ ਪੇਪਰ ਭਰ ਕੇ ਪੰਜਾਬੀ ਕੀਤੀ ਹੋਵੇ 10ਵੀਂ ਦੇ ਵਿੱਚ, ਨਹੀਂ ਤਾਂ ਤੁਸੀਂ ਅਪਲਾਈ ਨਹੀਂ ਕਰ ਸਕੋਗੇ। ਤਾਂ ਇਹਦੀ ਵੱਡੀ ਸ਼ਰਤ ਇਹ ਹੈ ਕਿ 10ਵੀਂ 'ਚ ਪੰਜਾਬੀ ਚਾਹੇ ਕੰਪਲਸਰੀ ਚਾਹੇ ਇਲੈਕਟਿਵ ਹੋਣੀ ਚਾਹੀਦੀ ਹੈ। ਤਾਂ MA ਦੇ 55% ਤੋਂ ਬਾਅਦ 10ਵੀਂ 'ਚ ਪੰਜਾਬੀ ਹੋਣੀ ਚਾਹੀਦੀ ਹੈ। ਤੀਜਾ ਬੱਚਿਓ, ਤੁਹਾਡਾ ਨੈਟ ਕਲੀਅਰ ਹੋਣਾ ਚਾਹੀਦਾ ਹੈ। ਨੈਟ ਕੰਡਕਟਡ ਬਾਈ UGC ਓਬਵੀਅਸਲੀ।
or similar test accredited by the University Grants Commission like SET shall remain the minimum eligibility condition for the recruitment of assistant professor in colleges. ਆਪਣੀ ਨੋਟੀਫਿਕੇਸ਼ਨ ਇਹ ਕਹਿੰਦੀ ਆ ਕਿ ਭਾਈ ਤੁਸੀਂ ਐਮਏ ਚ 55% ਲਏ ਹੋਣ, 10ਵੀਂ ਚ ਪੰਜਾਬੀ ਕੀਤੀ ਹੋਵੇ, ਇਸ ਤੋਂ ਬਿਨਾ ਨੈਟ ਕਲੀਅਰ ਹੋਣਾ ਚਾਹੀਦਾ, ਜਾਂ ਨੈਟ ਦੇ ਬਰਾਬਰ ਜਿਹੜੇ ਹੋਰ ਤੁਹਾਡੇ ਐਲੀਜੀਬਿਲਿਟੀ ਟੈਸਟ ਹੁੰਦੇ ਨੇ। ਜਿਵੇਂ ਇਹਨਾਂ ਨੇ ਐਸਸੀਟੀ ਦੀ ਗੱਲ ਕੀਤੀ ਹੈ ਕਿ ਜਿਹੜੇ ਸੂਬਿਆਂ ਦੇ ਆਪਣੇ ਐਲੀਜੀਬਿਲਿਟੀ ਸਟੇਟ ਐਲੀਜੀਬਿਲਿਟੀ ਟੈਸਟ ਹੁੰਦੇ ਨੇ, ਜਾਂ ਫਿਰ ਸਿੱਧਾ ਯੂਜੀਸੀ ਦੁਆਰਾ ਲਿਆ ਜਾਣ ਵਾਲਾ ਨੈਟ ਦਾ ਪੇਪਰ ਤੁਹਾਡਾ ਕਲੀਅਰ ਹੋਣਾ ਚਾਹੀਦਾ, ਤਾਂ ਤੁਸੀਂ ਐਲੀਜੀਬਲ ਹੋਵੋਗੇ। ਤਾਂ ਜੇ ਮੈਂ ਇਹ ਪੇਪਰ ਭਰਨਾ ਤਾਂ ਮੇਰੇ ਐਮਏ ਦੇ ਵਿੱਚ 55% ਹੋਣੇ ਚਾਹੀਦੇ ਆ, ਘੱਟੋ ਘੱਟ, ਉਸ ਤੋਂ ਬਾਅਦ ਜਿੰਨੇ ਮਰਜ਼ੀ। ਦੂਜੇ ਨੰਬਰ ਤੇ ਮੇਰੀ 10ਵੀਂ ਚ ਪੰਜਾਬੀ ਹੋਣੀ ਚਾਹੀਦੀ ਹੈ। ਤੀਜੇ ਨੰਬਰ ਤੇ ਜਾਂ ਮੇਰਾ ਨੈਟ ਜਾਂ ਕੋਈ ਸਟੇਟ ਐਲੀਜੀਬਿਲਿਟੀ ਟੈਸਟ ਜਿਹੜਾ ਵੀ ਉਹਦੇ ਕੋਰਸਪੋਂਡੈਂਸ ਉਹਦੇ ਪੈਰਲਲ ਕੋਈ ਵੀ ਟੈਸਟ ਹੈ ਉਹ ਕਲੀਅਰ ਹੋਣਾ ਚਾਹੀਦਾ, ਤਾਂ ਮੈਂ ਅਪਲਾਈ ਕਰ ਸਕੂੰਗਾ। ਇਹਦੇ ਨਾਲ ਹੀ ਉਹਨਾਂ ਨੇ ਬੱਚੇ ਇੱਕ ਗੱਲ ਲਿਖੀ ਹੋਈ ਹੈ, ਪ੍ਰੋਵਾਈਡਡ ਦੈਟ ਦ ਕੈਂਡੀਡੇਟਸ ਹੂ ਆਰ ਔਰ ਹੈਵ ਬੀਨ ਅਵਾਰਡਡ PhD ਡਿਗਰੀ ਇਨ ਅਕੋਰਡੈਂਸ ਵਿਦ ਦ UGC Regulation 2009 shall be exempted from the recruitment of the minimum eligibility condition of NET, SLET, SET for the recruitment। ਯਾਰ ਬੰਦਿਆਂ ਵਾਂਗੂ ਸਿੱਧੀ ਜੀ ਗੱਲ ਇਹ ਕਹਿ ਰਹੇ ਨੇ, ਕਹਿੰਦੇ ਯਾਰ ਉਹ ਤਾਂ ਅਸੀਂ ਸ਼ਰਤ ਲਾਤੀ ਵੀ ਭਾਈ ਨੈਟ ਹੋਣਾ ਚਾਹੀਦਾ ਜਾਂ ਸੈੱਟ ਹੋਣਾ ਚਾਹੀਦਾ, ਪਰ ਜੇ ਕਿਸੇ ਵਿਦਿਆਰਥੀ ਨੇ ਬਿਨਾਂ ਨੈਟ ਜਾਂ ਸੈੱਟ ਤੋਂ ਸਿੱਧਾ PhD ਲਈ ਹੋਈ ਹੈ UGC ਤੋਂ, ਤਾਂ ਉਹਨਾਂ ਨੂੰ ਐਗਜ਼ੰਪਸ਼ਨ ਹੈ, ਉਹ ਐਗਜ਼ੰਪਟਡ ਨੇ। ਐਗਜ਼ੰਪਟਡ ਵੀ ਉਹਨਾਂ ਨੂੰ ਛੋਟ ਦਿੱਤੀ ਹੋਈ ਹੈ, ਜੇ ਤੁਹਾਡੇ ਹੱਥ ਦੇ ਵਿੱਚ PhD ਹੈਗੀ ਆ ਤਾਂ ਤੁਹਾਨੂੰ ਆਹ ਨੈਟ ਨੁੱਟ ਵਾਲਾ ਕੋਈ ਰੋਲਾ ਨਹੀਂ ਹੈਗਾ। ਥੀਸ ਕੈਂਡੀਡੇਟਸ ਸ਼ੈਲ ਬੀ ਐਗਜ਼ੰਪਟਡ ਫਰੋਮ ਦਾ ਰਿਕਰੂਟਮੈਂਟ। ਇਹਨਾਂ ਨੂੰ ਛੋਟ ਦਿੱਤੀ ਜਾਊਗੀ ਕਿ ਜਿਹੜੀ ਆ ਕੰਡੀਸ਼ਨ ਅਸੀਂ ਲਾ ਰਹੇ ਹਾਂ ਨੈਟ ਦੀ, ਉਹ ਫਿਰ ਉਹਨਾਂ ਤੇ ਨਹੀਂ ਲਾਗੂ ਹੁੰਦੀ ਜੇ ਤੁਹਾਡੇ ਹੱਥ 'ਚ PhD ਦੀ ਡਿਗਰੀ ਹੈਗੀ ਆ। ਇਸ ਤੋਂ ਬਾਅਦ ਇੱਕ ਜ਼ਰੂਰੀ ਚੀਜ਼, ਪ੍ਰੋਵਾਈਡਡ ਫਰਦਰ ਦੈਟ ਨੈਟ, ਸੈਟ, ਸਲੈਟ ਔਰ ਸੈਟ ਸ਼ੈਲ ਨਾਟ ਬੀ ਰਿਕੁਆਇਰਡ ਫॉर ਸੱਚ ਮਾਸਟਰਸ ਪ੍ਰੋਗਰਾਮਸ ਇਨ ਡਿਸਪਲਿਨਸ ਫॉर ਵਿਚ ਨੈਟ, ਸੈਟ ਔਰ ਸਲੈਟ ਇਜ਼ ਨਾਟ ਕੰਡਕਟਡ। ਕੁਝ ਇਹੋ ਜਿਹੇ ਕੋਰਸ ਹੁੰਦੇ ਨੇ ਜਿਨ੍ਹਾਂ ਦੇ ਵਿੱਚ UGC ਦਾ ਨੈਟ ਦਾ ਪੇਪਰ ਨਹੀਂ ਹੁੰਦਾ ਜਾਂ ਸਟੇਟ ਦਾ ਆਪਣਾ ਵੀ ਕੋਈ ਐਲੀਜੀਬਿਲਿਟੀ ਟੈਸਟ ਨਹੀਂ ਹੁੰਦਾ, ਤਾਂ ਇਹੋ ਜਿਹੇ ਜਿਹੜੇ ਪੇਪਰ ਨੇ, ਇਹੋ ਜਿਹੇ ਜਿਹੜੇ ਸਬਜੈਕਟ ਨੇ, ਉਹਨਾਂ ਦੀ ਨੋਟੀਫਿਕੇਸ਼ਨ ਦੇ ਵਿੱਚ ਮੈਂਸ਼ਨ ਕੀਤਾ ਹੋਇਆ ਕਿ ਭਾਈ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ, ਤੁਹਾਡੇ ਤੇ ਇਹ ਕੋਈ ਸ਼ਰਤ ਨਹੀਂ ਹੈਗੀ ਨੈਟ ਵਾਲੀ, ਤਾਂ ਸਿਰਫ ਉਹਨਾਂ ਦੇ ਲਈ। ਅਦਰਵਾਈਜ਼ ਜਿਨ੍ਹਾਂ ਦਾ ਨੈਟ ਹੁੰਦਾ ਅੰਗਰੇਜ਼ੀ ਦਾ ਹੁੰਦਾ ਤਾਂ ਅੰਗਰੇਜ਼ੀ ਵਾਲੇ ਲਈ ਇਹ ਸ਼ਰਤ ਹੈਗੀ ਆ, ਤਾਂ ਇਸ ਕਰਕੇ ਇਹ ਤੁਹਾਡੀ ਨੋਟੀਫਿਕੇਸ਼ਨ ਦੇ ਵਿੱਚ ਮੈਂਸ਼ਨ ਹੋਊਗਾ। ਏਜ ਲਿਮਿਟ, ਬੱਚੇ ਕਿੰਨੀ ਉਮਰ ਹੋਵੇ ਕਿ ਤੁਸੀਂ ਇਹ ਪੇਪਰ ਭਰ ਸਕੋ, ਤਾਂ ਏਜ ਲਿਮਿਟ ਸਿੱਧਾ ਉਹਨਾਂ ਨੇ ਕਿਹਾ, ਜਿਹੜੀ ਪਹਿਲੀ ਲਾਈਨ ਉਹਨਾਂ ਨੇ ਕਹੀ ਹੈ ਕਿ ਭਾਈ ਦਾ ਕੈਂਡੀਡੇਟ ਸ਼ੁੱਡ ਬੀ ਬਿਟਵੀਨ 18 ਤੇ 37 ਸਾਲ। ਕਦੋਂ? 1 ਜਨਵਰੀ 2022 ਨੂੰ। ਤਾਂ ਬੱਚੇ 1 ਜਨਵਰੀ 2022 ਨੂੰ ਤੁਹਾਡੀ ਉਮਰ 18 ਤੋਂ 37 ਹੋਣੀ ਚਾਹੀਦੀ ਹੈ। ਇਹ ਜਨਰਲ ਕੈਟੇਗਰੀ ਵਾਲੇ ਵਿਦਿਆਰਥੀਆਂ ਦੀ ਗੱਲ ਕੀਤੀ ਗਈ ਹੈ ਕਿ ਜਿਹੜੇ ਜਨਰਲ ਕੈਟੇਗਰੀ ਦੇ ਵਿੱਚ ਫਾਲ ਕਰਦੇ ਵਿਦਿਆਰਥੀ ਨੇ, ਉਹਨਾਂ ਦੀ ਉਮਰ 1 ਜਨਵਰੀ 2022 ਨੂੰ ਘੱਟੋ ਘੱਟ 18 ਹੋਵੇ, ਵੱਧ ਤੋਂ ਵੱਧ 37 ਹੋਵੇ। ਚਲੋ ਘੱਟੋ ਘੱਟ ਵਾਲੇ ਮਸਲੇ ਤਾਂ ਸਾਡੇ ਹੱਲ ਹੈਗੇ ਹੀ ਨੇ, 18 ਤਾਂ ਹੋਊਗੀ। 12ਵੀਆਂ ਹੁੰਦੀਆਂ ਨੇ 18 ਦੀ ਉਮਰ 'ਚ ਜਾ ਕੇ, ਉਹਦੇ ਬਾਅਦ BA ਕੀਤੀ, MA ਕੀਤੀ, PhD ਕੀਤੀ, ਤਾਂ 18 ਤੋਂ ਤਾਂ ਟੱਪ ਗਏ, ਪਰ ਵੱਧ ਤੋਂ ਵੱਧ 37 ਹੋਣੀ ਚਾਹੀਦੀ ਆ 1 ਜਨਵਰੀ 2022 ਨੂੰ। ਇਹਦਾ ਮਤਲਬ ਤੁਹਾਡਾ ਜਨਮ ਜੇ 2022 ਦੀ 1 ਜਨਵਰੀ ਚੋਂ 37 ਸਾਲ ਘਟਾਈਏ ਤਾਂ ਤੁਸੀਂ 1985 ਦੇ ਜੰਮੇ ਹੋਣੇ ਚਾਹੀਦੇ, ਜਾਂ ਉਹ ਤੋਂ ਬਾਅਦ ਦੇ ਜੰਮੇ ਹੋਣੇ ਚਾਹੀਦੇ। 1985 ਤੋਂ ਪਹਿਲਾਂ ਨਾ ਜੰਮੇ ਹੋਵੋ। ਜਨਰਲ ਕੈਟੇਗਰੀ ਦੀ ਗੱਲ ਹੋ ਰਹੀ ਹੈ, ਤਾਂ ਜਨਰਲ ਕੈਟੇਗਰੀ ਵਾਲੇ ਬੱਚੇ ਅਗਲੇ ਸਾਲ ਚੜ੍ਹਦੇ ਸਾਲ 1 ਜਨਵਰੀ ਨੂੰ 18 ਤਾਂ ਚਲੋ ਹੋਣਗੇ, 37 ਤੋਂ ਵੱਡੇ ਨਹੀਂ ਹੋਣੇ ਚਾਹੀਦੇ, ਤਾਂ ਤੁਸੀਂ ਅਪਲਾਈ ਕਰ ਸਕਦੇ ਹੋ, ਤੁਸੀਂ ਐਲੀਜੀਬਲ ਹੋ। ਇਸ ਤੋਂ ਬਿਨਾ ਜਿਹੜੀਆਂ ਰਿਲੈਕਸੇਸ਼ਨਸ ਮਿਲ ਰਹੀਆਂ ਨੇ, ਉਹ ਰਿਲੈਕਸੇਸ਼ਨਸ ਦੇਖੋ ਕੈਟੇਗਰੀ ਵਾਈਜ਼। SC ਤੇ ਬੈਕਵਰਡ ਕਲਾਸਿਸ ਨੂੰ 5 ਸਾਲ ਦੀ ਰਿਲੈਕਸੇਸ਼ਨ ਹੈ। देयर विल बी एन ਏਜ ਰਿਲੈਕਸੇਸ਼ਨ ਆਫ 5 ਸਾਲ ਇਨ ਦਾ ਅਪਰ ਏਜ ਲਿਮਿਟ। ਆਬਵੀਅਸਲੀ 37 ਦੀ ਥਾਂ ਤੇ 42 ਸਾਲ ਉਹਨਾਂ ਦੀ ਏਜ ਲਿਮਿਟ ਹੈ। ਕਿੰਨਾ ਦੀ? ਸ਼ੈਡਿਊਲ ਕਾਸਟ ਤੇ ਬੈਕਵਰਡ ਕਲਾਸਿਸ ਦੀ। ਇਸ ਤੋਂ ਬਿਨਾ ਜਿਹੜੇ EMPLOYEES ਨੇ ਪੰਜਾਬ ਸਰਕਾਰ ਦੇ ਜਾਂ ਸੈਂਟਰ ਸਰਕਾਰ ਦੇ, ਸੂਬੇ ਦੇ ਆਪਣੀ ਪੰਜਾਬ ਸਰਕਾਰ ਦੇ ਜਾਂ ਕੇਂਦਰ ਸਰਕਾਰ ਦੇ, ਕਿਸੇ ਹੋਰ ਸਟੇਟ ਸਰਕਾਰ ਦੇ ਨਹੀਂ, ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਦੇ ਜਿਹੜੇ EMPLOYEES ਨੇ, ਉਹਨਾਂ ਦੀ ਏਜ ਲਿਮਿਟ 45 ਸਾਲ ਹੈ। 45 ਦਾ ਮਤਲਬ ਉਹਨਾਂ ਨੂੰ 8 ਸਾਲ ਦੀ ਰਿਲੈਕਸੇਸ਼ਨ ਹੈ, ਤਾਂ ਉਹ 1 ਜਨਵਰੀ 2022 ਨੂੰ 45 ਸਾਲ ਤੱਕ ਦੇ ਹੋ ਸਕਦੇ, 45, 44, 43, 42 ਸਾਲ ਦੇ ਹੋ ਸਕਦੇ ਆ, ਤਾਂ ਉਹ ਅਪਲਾਈ ਕਰ ਸਕਦੇ ਆ। ਅਪਰ ਏਜ ਲਿਮਿਟ ਫॉर ਵਿਡੋਜ਼ ਜਾਂ ਡਾਈਵੋਰਸੀ ਵਿਮਨ ਨੇ, ਜਿਹੜੀਆਂ ਬੱਚੇ ਜਿਨ੍ਹਾਂ ਦੇ ਮਤਲਬ ਹਸਬੈਂਡ ਦੀ ਡੈਥ ਹੋ ਚੁੱਕੀ ਹੈ, ਵਿਡੋਜ਼ ਨੇ ਜਾਂ ਫਿਰ ਡਾਈਵੋਰਸੀ ਲੇਡੀਜ਼ ਨੇ, ਉਹਨਾਂ ਦੀ ਏਜ ਲਿਮਿਟ ਬਿਲੋਂਗਿੰਗ ਟੂ ਦਾ ਸਟੇਟ ਆਫ ਪੰਜਾਬ। ਆਬਵੀਅਸਲੀ ਪੰਜਾਬ ਸਟੇਟ ਦੇ ਔਰਤਾਂ ਦੀ ਇਹ ਗੱਲ ਹੈ, ਉਹਨਾਂ ਦੀ ਅਪਰ ਏਜ ਲਿਮਿਟ 42 ਸਾਲ ਹੈ, ਮਤਲਬ ਉਹਨਾਂ ਨੂੰ ਵੀ 5 ਸਾਲ ਦੀ ਰਿਲੈਕਸੇਸ਼ਨ ਹੈ। ਇਸ ਤੋਂ ਬਿਨਾ ਜਿਹੜੇ ਡਿਸੇਬਲ ਸਟੂਡੈਂਟਸ ਹੋਣਗੇ, ਡਿਸੇਬਲ ਦੇ ਵਿੱਚ ਉਹ ਵਿਜ਼ੀਬਲੀ ਜਾਂ ਫਿਜ਼ੀਕਲੀ ਡਿਸੇਬਲ ਹੋਣਗੇ, ਉਹਨਾਂ ਨੂੰ ਬੱਚੇ 10 ਸਾਲ ਦੀ ਏਜ ਰਿਲੈਕਸੇਸ਼ਨ ਹੈ, ਮਤਲਬ ਉਹ 47 ਸਾਲ ਤੱਕ ਦੇ ਵਿਦਿਆਰਥੀ ਅਪਲਾਈ ਕਰ ਸਕਦੇ ਨੇ ਉਹਦੇ ਵਿੱਚ। ਤਾਂ 37 ਤੋਂ 10 ਸਾਲ ਦੀ ਰਿਲੈਕਸੇਸ਼ਨ ਮਤਲਬ ਉਹ ਜਿਹੜੇ ਡਿਸੇਬਲ ਵਿਦਿਆਰਥੀ ਨੇ ਉਹ 47 ਸਾਲ ਤੱਕ ਦੀ ਉਮਰ ਤੱਕ ਅਪਲਾਈ ਕਰ ਸਕਦੇ ਨੇ। ਐਕਸ ਮਿਲਟਰੀ ਜਿਹੜੇ ਪਰਸਨਸ ਨੇ,
whether he joined military services before or after the declaration of emergency, ਉਹਨਾਂ ਨੂੰ service added by 3 years provided he had rendered continuous military service. Okay, done. ਹਾਂਜੀ, ਇਹਨਾਂ ਦੀ 3 ਸਾਲ ਦੀ ਲਿਖੀ ਹੋਈ ਹੈ। ਤੇ ਅਖੀਰ ਤੇ ਸਭ ਤੋਂ ਜ਼ਰੂਰੀ ਚੀਜ਼, ਜਿਹੜੇ ਵਿਦਿਆਰਥੀਆਂ ਨੂੰ ਹੀ ਸਭ ਤੋਂ ਵੱਧ ਇਸ ਨੋਟੀਫਿਕੇਸ਼ਨ ਦਾ ਚਾਅ ਵੀ ਚੜਿਆ, ਉਡੀਕ ਵੀ ਬਹੁਤ ਲੰਬੇ ਸਮੇਂ ਤੋਂ ਸੀ ਕਿ ਭਾਈ ਜਿਹੜੇ ਪਾਰਟ ਟਾਈਮ ਗੈਸਟ ਫੈਕਲਟੀ ਜਾਂ ਠੇਕੇ ਤੇ ਭਰਤੀ ਹੋਏ ਟੀਚਰ ਨੇ, ਕਾਲਜਾਂ ਦੇ ਵਿੱਚ ਪੜ੍ਹਾ ਰਹੇ ਨੇ, ਵਰਕਿੰਗ ਇਨ ਦਾ ਗਵਰਨਮੈਂਟ colleges and who are eligible as per the present qualifications as mentioned in the advertisement in section 3 above will be eligible irrespective of their age। ਬੱਚੇ ਇਹ ਬਹੁਤ ਇੰਪੋਰਟੈਂਟ ਪੁਆਇੰਟ ਆ। ਸਰਕਾਰ ਕਹਿ ਰਹੀ ਆ, ਖੈਰ ਸਰਕਾਰ ਨਹੀਂ, ਨੋਟੀਫਿਕੇਸ਼ਨ ਕਹਿ ਰਹੀ ਹੈ ਕਿ ਤੁਹਾਡੇ ਵਿੱਚੋਂ ਜਿਹੜੇ ਵਿਦਿਆਰਥੀ ਜਿੰਨੀ ਮਰਜ਼ੀ ਉਮਰ ਦੇ ਨੇ, ਜੇ ਉਹ ਪੰਜਾਬ ਦੇ ਕਿਸੇ ਵੀ ਸਰਕਾਰੀ ਕਾਲਜ, ਗੈਰ ਸਰਕਾਰੀ ਪ੍ਰਾਈਵੇਟ ਦੀ ਗੱਲ ਨਹੀਂ ਹੋ ਰਹੀ, ਸਰਕਾਰੀ ਕਾਲਜ ਉਹਨਾਂ ਨੇ ਲਿਖਿਆ ਗਵਰਨਮੈਂਟ ਕਾਲਜਿਸ, ਉਹਦੇ ਵਿੱਚ ਉਹ ਪਾਰਟ ਟਾਈਮ ਗੈਸਟ ਫੈਕਲਟੀ ਜਾਂ ਕੰਟਰੈਕਚੁਅਲ ਬੇਸ ਤੇ, ਠੇਕੇ ਦੇ ਬੇਸ ਤੇ, ਠੇਕੇਦਾਰੀ ਸਿਸਟਮ ਦੇ ਤਹਿਤ ਨੌਕਰੀ ਕਰ ਰਹੇ ਨੇ, ਤਾਂ ਉਹ ਜਿੰਨੀ ਮਰਜ਼ੀ ਉਮਰ ਚੱਕੀ ਫਿਰਦੇ ਨੇ ਉਹ ਅਪਲਾਈ ਕਰ ਸਕਦੇ ਨੇ। ਤਾਂ ਇਸ ਚੀਜ਼ ਦਾ ਧਿਆਨ ਰੱਖਣਾ ਹੈ ਇਹਨਾਂ ਵਿਦਿਆਰਥੀਆਂ ਲਈ ਜਿਹੜੇ ਕਿਸੇ ਨਾ ਕਿਸੇ ਨੌਕਰੀ ਤੇ ਲੱਗੇ ਹੋਏ ਨੇ, 8-8 10-10 ਸਾਲ ਤੋਂ ਕੰਟਰੈਕਟ ਬੇਸਿਸ ਤੇ ਨੇ ਜਾਂ ਪਾਰਟ ਟਾਈਮ ਨੇ, ਹਲੇ ਪੱਕੇ ਨਹੀਂ ਹੋਏ ਹੈਗੇ, ਉਹਨਾਂ ਲਈ ਉਹ ਜਿਹੜੀ ਮਰਜ਼ੀ ਕੈਟੇਗਰੀ ਦੇ ਵਿੱਚ ਫਾਲ ਕਰਦੇ ਨੇ, ਉਹਨਾਂ ਤੇ ਏਜ ਵਾਲੀ ਕੋਈ ਲਿਮਿਟੇਸ਼ਨ ਨਹੀਂ ਹੈਗੀ, ਏਜ ਬੈਰੀਅਰ ਕੋਈ ਨਹੀਂ ਹੈਗਾ, ਉਹ ਜਿੰਨੀ ਮਰਜ਼ੀ ਉਮਰ ਦੇ ਨੇ ਉਹ ਇਸ ਪੇਪਰ ਨੂੰ ਅਪਲਾਈ, ਇਸ ਐਗਜ਼ਾਮ ਦੇ ਲਈ ਅਪਲਾਈ ਕਰ ਸਕਦੇ ਨੇ। ਇਸ ਤੋਂ ਬਾਅਦ ਬੱਚੇ ਮੋਡ ਆਫ ਸਿਲੈਕਸ਼ਨ, ਜਿਹੜਾ ਸਭ ਤੋਂ ਵੱਡਾ ਸਵਾਲ ਬਣਿਆ ਹੋਇਆ ਵਿਦਿਆਰਥੀਆਂ ਦੇ ਵਿੱਚ, ਪੇਪਰ ਲਿਆ ਕਿਵੇਂ ਜਾਣਾ, ਆਉਣਾ ਕੀ ਕੁਛ ਹੈ ਪੇਪਰ ਦੇ ਵਿੱਚ, ਤਾਂ ਇਹ ਧਿਆਨ ਨਾਲ ਸੁਣੋ ਬੱਚੇ। ਉਹਨਾਂ ਨੇ ਬਹੁਤ ਕਲੀਅਰ ਕਿਹਾ ਦਾ ਰਿਕਰੂਟਮੈਂਟ ਵਿਲ ਬੀ ਮੇਡ ਪਿਓਰਲੀ ਔਨ ਦਾ ਬੇਸਿਸ ਆਫ ਸਕੋਰਸ ਅਚੀਵਡ ਇਨ ਦਾ ਰਿਟਨ ਟੈਸਟ। ਤਾਂ ਇੱਕ ਗੱਲ ਕਲੀਅਰ ਹੈ ਕਿ ਤੁਹਾਡਾ ਰਿਟਨ ਟੈਸਟ ਹੋਊਗਾ। ਰਿਟਨ ਟੈਸਟ ਦੇ ਵਿੱਚ ਬਹੁਤ ਜ਼ਿਆਦਾ, ਮਤਲਬ 99% ਚਾਂਸ ਇਹ ਨੇ ਕਿ ਆਬਜੈਕਟਿਵ ਟਾਈਪ ਟੈਸਟ ਹੋਊਗਾ, ਸਬਜੈਕਟਿਵ ਟੈਸਟ ਨਹੀਂ ਹੋਊਗਾ। ਤੇ ਉਹਨਾਂ ਨੇ ਕਿਹਾ ਕਿ ਇਹ ਸੋਲਲੀ ਪਿਓਰਲੀ ਰਿਟਨ ਟੈਸਟ ਦੇ ਜਿੰਨੇ ਤੁਹਾਡੇ ਮਾਰਕਸ ਬਣਨਗੇ ਉਹਦੇ ਬੇਸ ਤੇ ਹੀ ਤੁਹਾਡੀ ਸਿਲੈਕਸ਼ਨ ਹੋਣੀ ਹੈ। ਤਾਂ ਇਹਦਾ ਸਾਫ਼-ਸਾਫ਼ ਮਤਲਬ ਇਹ ਹੈ ਕਿ ਕੱਲ ਨੂੰ ਕੋਈ ਇੰਟਰਵਿਊ ਵਾਲਾ ਚੱਕਰ ਵੀ ਨਹੀਂ ਪੈਣ ਲੱਗਿਆ। ਤਾਂ ਸਾਰੇ ਦਾ ਸਾਰਾ ਜੋ ਤੁਸੀਂ ਰਿਟਨ ਟੈਸਟ ਦੇ ਵਿੱਚ, ਜੋ ਵੀ ਤੁਹਾਡਾ ਆਬਜੈਕਟਿਵ ਟਾਈਪ ਟੈਸਟ ਹੋਣਾ ਹੈ, ਜੋ ਤੁਸੀਂ ਉਹਦੇ ਵਿੱਚ ਪਰਫਾਰਮ ਕਰੋਗੇ, ਜੋ ਤੁਹਾਡੇ ਉਹਦੇ ਵਿੱਚ ਨੰਬਰ ਆਉਣਗੇ, ਸਾਰੇ ਦਾ ਸਾਰਾ ਤੁਹਾਡਾ ਉਹਦੇ ਬੇਸ ਤੇ ਸਿਲੈਕਟ ਕੀਤਾ ਜਾਣਾ। ਮੈਂ ਤੁਹਾਡਾ ਸਿਲੈਕਸ਼ਨ ਪ੍ਰੋਸੈਸ ਸਾਰੇ ਦਾ ਸਾਰਾ ਉਹਦੇ ਬੇਸ ਤੇ ਚੱਲਣਾ ਹੈ। ਅੱਗੇ ਲਿਖਿਆ ਸਕਸੈਸਫੁਲ ਕੈਂਡੀਡੇਟਸ ਇਨ ਆਰਡਰ ਆਫ ਮੈਰਿਟ ਵਿਲ ਬੀ ਕਾਲਡ ਫॉर ਕਾਉਂਸਲਿੰਗ ਹੋਊਗੀ ਐਂਡ ਆਫਟਰ ਵੈਰੀਫਾਈਂਗ ਦਾ ਡਾਕੂਮੈਂਟਸ ਦਾ ਡਿਪਾਰਟਮੈਂਟ ਵਿਲ ਇਸ਼ੂ them ਅਪਾਇੰਟਮੈਂਟ ਲੈਟਰਸ। ਤਾਂ ਜਿਹੜੇ ਵਿਦਿਆਰਥੀ ਇਸ ਰਿਟਨ ਟੈਸਟ ਨੂੰ ਪਾਸ ਕਰਨਗੇ ਉਹਨਾਂ ਨੂੰ ਕਾਉਂਸਲਿੰਗ ਲਈ ਬੁਲਾਇਆ ਜਾਊਗਾ, ਉਹਨਾਂ ਦੇ ਡਾਕੂਮੈਂਟਸ ਵੈਰੀਫਾਈ ਹੋਣਗੇ। ਡਾਕੂਮੈਂਟ ਵੈਰੀਫਾਈ ਦਾ ਆਪਾਂ ਜ਼ਿਕਰ ਪਹਿਲਾਂ ਕਰਕੇ ਹਟਿਆ ਕਿ ਡਾਕੂਮੈਂਟ ਵੈਰੀਫਿਕੇਸ਼ਨ ਵੇਲੇ ਤੁਹਾਡੀ ਫੀਸ ਸਲਿੱਪ ਵੀ ਚੈੱਕ ਕਰਨੀ ਹੈ ਉਹਨਾਂ ਨੇ। ਤਾਂ ਫੀਸ ਸਲਿੱਪ ਦਾ ਪ੍ਰਿੰਟ ਆਊਟ ਕੱਢ ਕੇ ਸਾਂਭ ਕੇ ਰੱਖਣਾ। ਡਾਕੂਮੈਂਟ ਵੈਰੀਫਿਕੇਸ਼ਨ ਪਤਾ ਨਹੀਂ ਕਦੋਂ ਹੋਣੀ ਆ, ਉਦੋਂ ਤੱਕ ਸਾਂਭ ਕੇ ਰੱਖਣਾ। ਤੇ ਡਾਕੂਮੈਂਟ ਵੈਰੀਫਾਈ ਕਰਨ ਤੋਂ ਬਾਅਦ ਬੱਚੇ ਡਾਕੂਮੈਂਟਸ ਦੇ ਵਿੱਚ ਬੜੇ ਧਿਆਨ ਨਾਲ ਜਿਹੜੇ ਵਿਦਿਆਰਥੀ ਜਿਹੜੀ ਵੀ ਕੈਟੇਗਰੀ ਦੇ ਵਿੱਚ ਫਾਲ ਕਰਦੇ ਨੇ, ਉਹ ਚਾਹੇ ਐਕਸ ਸਰਵਿਸਮੈਨ ਨੇ, ਉਹ ਚਾਹੇ SC ST ਜਾਂ BC ਕੈਟੇਗਰੀ ਦੇ ਵਿੱਚ, BC ਦੇ ਵਿੱਚ ਵੀ ਕ੍ਰੀਮੀ ਲੇਅਰ 'ਚ ਨਹੀਂ ਹੋਣੇ ਚਾਹੀਦੇ। ਤਾਂ ਜਿਹੜੀ ਵੀ ਕੈਟੇਗਰੀ ਦੇ ਵਿੱਚ ਉਹ ਫਾਲ ਕਰਦੇ ਨੇ ਉਹਨਾਂ ਨੇ ਆਪਣਾ ਉਹ ਸਰਟੀਫਿਕੇਟ, ਕਾਸਟ ਸਰਟੀਫਿਕੇਟ ਤਿਆਰ ਰੱਖਣਾ ਹੈਗਾ। ਤਾਂ ਡਾਕੂਮੈਂਟ ਵੈਰੀਫਿਕੇਸ਼ਨ ਵਾਲੇ ਦਿਨ ਤੁਹਾਡੇ ਸਾਰੇ ਸਰਟੀਫਿਕੇਟ ਚੈੱਕ ਹੋਣਗੇ। ਜੇ ਤੁਸੀਂ ਪੇਪਰ ਕਲੀਅਰ ਕਰ ਗਏ ਤੇ ਇੱਕ ਅੱਧੇ ਸਰਟੀਫਿਕੇਟ ਦੇ ਵਿੱਚ ਤੁਹਾਡੀ ਘਾਟ ਰਹਿ ਗਈ, ਤਾਂ ਮਤਲਬ ਤੁਸੀਂ ਉਸ ਪਰਟੀਕੂਲਰ ਚੀਜ਼ ਲਈ ਜਿਹਦਾ ਸਰਟੀਫਿਕੇਟ ਨਹੀਂ ਪੇਸ਼ ਕਰ ਸਕੇ ਉਹਦੇ ਲਈ ਡਿਸਕੁਆਲੀਫਾਈ ਹੋ ਜਾਓਗੇ। ਤਾਂ ਫਿਰ ਤੁਹਾਨੂੰ ਦੂਜਾ ਫਿਰ ਜੋ ਬਚ ਗਿਆ ਉਹਦੀ ਮੈਰਿਟ 'ਚ ਦੇਖਣਾ ਪਊਗਾ ਵੀ ਉਹਨੇ ਹੋ ਕਿ ਨਹੀਂ ਹੁੰਦੇ। ਤਾਂ ਇਸ ਕਰਕੇ ਜਿਹੜੀ ਕੈਟੇਗਰੀ ਦੇ ਵਿੱਚ ਤੁਸੀਂ ਅਪਲਾਈ ਕਰਦੇ ਹੋ, ਆਪੋ ਆਪਣੀ ਹਰ ਇੱਕ ਉਸ ਕੈਟੇਗਰੀ ਦੇ ਸਰਟੀਫਿਕੇਟ ਤਿਆਰ ਰੱਖਣੇ ਨੇ। ਪੇਪਰ ਕਲੀਅਰ ਕਰਨ ਤੋਂ ਬਾਅਦ ਜਿੱਦਣ ਸਾਨੂੰ ਕਾਉਂਸਲਿੰਗ ਲਈ ਬੁਲਾਉਣਗੇ ਤਾਂ ਡਾਕੂਮੈਂਟ ਵੈਰੀਫਿਕੇਸ਼ਨ ਵੇਲੇ ਸਾਡੇ ਡਾਕੂਮੈਂਟਸ ਕੱਲੇ ਵੈਰੀਫਾਈ ਹੋਣੇ ਨੇ। ਦਾ ਪਾਰਟ ਟਾਈਮ ਗੈਸਟ ਫੈਕਲਟੀ ਕੰਟਰੈਕਚੁਅਲ ਟੀਚਰਸ ਵਰਕਿੰਗ ਇਨ ਦਾ ਗਵਰਨਮੈਂਟ ਕਾਲਜਿਸ, ਜਿਨ੍ਹਾਂ ਨੂੰ ਏਜ ਰਿਲੈਕਸੇਸ਼ਨ ਦਿੱਤੀ ਸੀ ਵੀ ਜਿੰਨੀ ਮਰਜ਼ੀ ਉਮਰ ਦੇ ਹੋ ਆ ਜਾਓ। Clearing the written test will be given extra weightage of 1 mark per completed academic year of teaching experience subject to a maximum limit of 5 marks। ਸੌਖੀ ਜੀ ਅੰਗਰੇਜ਼ੀ ਦੇ ਵਿੱਚ ਅਗਲਿਆਂ ਨੇ ਇੱਕ ਗੱਲ ਕਹਿਤੀ ਕਿ ਭਾਈ ਜਿਹੜੇ ਵਿਚਾਰੇ ਕਈ ਸਾਲਾਂ ਦੇ ਆ ਕਾਲਜਾਂ 'ਚ ਲੱਗੇ ਹੋਏ ਸੀਗੇ, ਪੱਕੇ ਨਹੀਂ ਸੀ ਹੋ ਰਹੇ, ਪਾਰਟ ਟਾਈਮ ਸੀ, ਗੈਸਟ ਫੈਕਲਟੀ ਸੀ ਜਾਂ ਠੇਕੇ ਤੇ ਲੱਗੇ ਹੋਏ ਸੀਗੇ, ਉਹਨਾਂ ਨੂੰ ਜਿੰਨੇ ਸਾਲ ਉਹਨਾਂ ਦੇ ਉਸ ਕਾਲਜ ਦੇ ਵਿੱਚ, ਸਰਕਾਰੀ ਕਾਲਜ ਦੇ ਵਿੱਚ ਪੂਰੇ ਹੋ ਚੁੱਕੇ ਨੇ, 1 ਸਾਲ ਦੇ ਬਦਲੇ 'ਚ 1 ਨੰਬਰ ਦੀ ਮੈਰਿਟ ਐਕਸਟਰਾ ਮਿਲੂਗੀ। ਇੱਕ ਮਤਲਬ ਗ੍ਰੇਸ ਮਾਰਕਸ ਕਹਿ ਲਓ ਜਾਂ ਜੋ ਮਰਜ਼ੀ ਕਹਿ ਲਓ, ਇਹਨਾਂ ਨੇ ਐਕਸਟਰਾ ਵੇਟੇਜ ਲਿਖਿਆ ਹੋਇਆ। ਤਾਂ ਜਿਹੜੇ ਵਿਦਿਆਰਥੀ ਇਹਨਾਂ ਕਾਲਜਾਂ 'ਚ ਗੈਸਟ ਫੈਕਲਟੀ ਪਾਰਟ ਟਾਈਮ ਜਾਂ ਕੰਟਰੈਕਚੁਅਲ ਬੇਸਿਸ ਤੇ ਜੌਬ ਕਰ ਰਹੇ ਸੀ, ਉਹਨਾਂ ਨੂੰ 1 ਸਾਲ ਦੇ ਤਜਰਬੇ ਦੇ ਬਦਲੇ 1 ਨੰਬਰ ਵੱਧ ਮਿਲੂਗਾ। ਤਾਂ ਜਿੰਨੇ ਵੀ ਉਹ 1 ਨੰਬਰ ਲੈਣਗੇ ਤੇ ਮੈਕਸਿਮਮ ਲਿਮਿਟ ਇਹਦੀ 5 ਨੰਬਰ ਦੀ ਹੈ। ਇਹਦਾ ਮਤਲਬ ਇਹ ਨਹੀਂ ਹੈਗਾ ਕਿ ਜੇ ਕਿਸੇ ਨੂੰ 12 ਸਾਲ ਹੋ ਗਏ ਤਾਂ ਉਹਨੂੰ 12 ਮਿਲ ਜਾਣਗੇ। 3 ਸਾਲ ਵਾਲੇ ਨੂੰ 3 ਮਿਲਣਗੇ, 5 ਵਾਲੇ ਨੂੰ 5 ਮਿਲਣਗੇ, 6 7 8 ਸਾਲ ਵਾਲੇ ਨੂੰ ਵੀ 5 ਮਿਲਣਗੇ, 10 ਜਾਂ 12 ਸਾਲ ਵਾਲੇ ਨੂੰ ਵੀ 5 ਮਿਲਣਗੇ, ਅਪ ਟੂ ਅ ਲਿਮਿਟ ਆਫ 5 ਮਾਰਕਸ ਲਿਖਿਆ ਉਹਨਾਂ ਨੇ।
ਤਾਂ ਇਸ ਕਰਕੇ ਤੁਹਾਡੇ ਜਿੰਨੇ ਵੀ ਸਾਲ, ਜੇ ਕਿਸੇ ਵਿਦਿਆਰਥੀ ਦੇ 5 ਜਾਂ 5 ਤੋਂ ਜ਼ਿਆਦਾ ਸਾਲ ਹੋ ਚੁੱਕੇ ਕਿਸੇ ਕਾਲਜ ਦੇ ਵਿੱਚ ਪਾਰਟ ਟਾਈਮ ਜਾਂ ਗੈਸਟ ਫੈਕਲਟੀ ਨੌਕਰੀ ਕਰਦੇ ਆ, ਤਾਂ ਉਹਨੂੰ 5 ਨੰਬਰ ਪੱਕੇ ਮਿਲਣਗੇ। ਜੇ ਕਿਸੇ ਨੂੰ 2 ਸਾਲ ਹੋਏ ਨੇ ਤਾਂ ਉਹਨੂੰ 2 ਨੰਬਰ ਪੱਕੇ ਮਿਲਣਗੇ, ਤੇ ਉਹ ਤੁਹਾਡੇ ਜਿਹੜੇ ਨੰਬਰ ਨੇ ਉਹ ਇਸ ਰਿਟਨ ਟੈਸਟ ਦੇ ਨੰਬਰਾਂ ਦੇ ਵਿੱਚ ਜੁੜਨਗੇ, ਜਿਹਦੇ ਬੇਸ ਤੇ ਫਿਰ ਤੁਹਾਡੀ ਮੈਰਿਟ ਤਿਆਰ ਹੋਣੀ ਹੈ। ਤਾਂ ਮੈਰਿਟ ਵੈਸੇ ਤਾਂ ਸਾਰੀ ਦੀ ਸਾਰੀ ਰਿਟਨ ਟੈਸਟ ਦੇ ਸਿਰ ਤੇ ਤਿਆਰ ਹੋਣੀ ਹੈ, ਪਰ ਇਹਨਾਂ ਵਿਦਿਆਰਥੀਆਂ ਨੂੰ ਜਿਨ੍ਹਾਂ ਨੇ ਵੱਧ ਕਸ਼ਟ ਝੱਲਿਆ ਹੈਗਾ, ਇਹਨਾਂ ਵਿਦਿਆਰਥੀਆਂ ਨੂੰ ਉਹ ਐਕਸਟਰਾ ਵੇਟੇਜ ਮਿਲੂਗੀ 1 ਸਾਲ ਪੂਰਾ ਕਰਨ ਦੇ ਬਦਲੇ 'ਚ 1 ਨੰਬਰ, ਤੇ ਉਹ ਉਹਨਾਂ ਦੇ ਰਿਟਨ ਟੈਸਟ ਦੇ ਵਿੱਚ ਨੰਬਰ ਜੁੜਨਗੇ, ਤੇ ਉਹ ਮਤਲਬ ਉਹਦੇ ਬੇਸ ਤੇ ਫਿਰ ਮੈਰਿਟ ਤਿਆਰ ਹੋਣੀ ਹੈ। The marks corresponding to the experience obtained by these candidates will be added to the score achieved by them in the written test for the purpose of preparing the merit list। ਇਹੀ ਗੱਲ ਅੰਗਰੇਜ਼ੀ 'ਚ ਕਹਿ ਰਹੇ ਨੇ ਕਿ ਭਾਈ ਜਿਹੜਾ ਤੁਹਾਨੂੰ ਆਹ 1 ਸਾਲ ਦੇ ਐਕਸਪੀਰੀਅੰਸ ਬਦਲੇ 1 ਨੰਬਰ ਮਿਲਣਾ ਹੈ, ਤੇ ਵੱਧ ਤੋਂ ਵੱਧ 5 ਮਿਲ ਸਕਦੇ ਆ, ਉਹ ਤੁਹਾਡੇ ਰਿਟਨ ਟੈਸਟ 'ਚ ਜੁੜਨਗੇ, ਤੇ ਫਿਰ ਉਹਦੇ ਬੇਸ ਤੇ ਤੁਹਾਡੀ ਮੈਰਿਟ ਤਿਆਰ ਹੋਣੀ ਹੈ ਬੱਚੇ। ਇਸ ਤੋਂ ਬਾਅਦ ਵੱਡੀ ਚੀਜ਼ ਹੁੰਦੀ ਆ ਤਨਖਾਹ ਕਿੰਨੀ ਮਿਲਣੀ ਹੈ ਬੱਚੇ। ਤਨਖਾਹ ਇਹਨਾਂ ਨੇ ਬਹੁਤ ਸਿੱਧਾ ਲਿਖਿਆ ਹੋਇਆ ਕਿ ਤੁਹਾਨੂੰ ਬੇਸਿਕ ਪੇ 55100 ਰੁਪਏ ਦੀ ਮਿਲਣੀ ਹੈ ਪਰ ਮੰਥ, ਮਹੀਨੇਵਾਰ ਤਨਖਾਹ ਹੈਗੀ। ਜਿਹੜੇ ਵਿਦਿਆਰਥੀ ਪੇਪਰ ਪਾਸ ਕਰਕੇ ਨੌਕਰੀ ਲੱਗਣਗੇ ਤਾਂ ਬੇਸਿਕ ਪੇ 55100 ਰੁਪਏ, 55100 ਇਨ ਹੈਂਡ ਨਹੀਂ ਹੈਗੀ, ਬੇਸਿਕ ਪੇ 55100 ਹੈ, ਤਾਂ TADA ਲਾ ਕੇ ਕਹਿੰਦੇ ਨੇ ਵੀ 70-80 ਹਜ਼ਾਰ ਦੇ ਨੇੜੇ ਲੱਗੂਗੀ। ਤਾਂ 75,000 ਦੇ ਆਲੇ ਦੁਆਲੇ ਮਤਲਬ 20,000 ਉੱਤੇ ਜੋੜ ਲਓ, ਤਾਂ 70 ਤੋਂ 80,000 ਤੱਕ ਦੀ ਤੁਹਾਡੀ ਇਨ ਹੈਂਡ ਸੈਲਰੀ ਬਣ ਜੂ। ਤੇ ਇਹ ਕਦੋਂ ਤੱਕ ਦੀ ਹੈ? 3 ਸਾਲ ਦੇ ਪ੍ਰੋਬੇਸ਼ਨ ਪੀਰੀਅਡ ਦੀ ਗੱਲ ਹੋ ਰਹੀ ਹੈ। ਇਸ ਨੌਕਰੀ ਦੇ ਵਿੱਚ ਬੱਚੇ ਤੁਹਾਡਾ 3 ਸਾਲ ਦਾ ਪ੍ਰੋਬੇਸ਼ਨ ਪੀਰੀਅਡ ਹੈ। ਪ੍ਰੋਬੇਸ਼ਨ ਪੀਰੀਅਡ ਦੀ ਤੁਹਾਡੀ ਬੇਸਿਕ ਪੇ 56,100 ਹੈ, TADA ਮਿਲਾ ਕੇ 70-80 ਹਜ਼ਾਰ ਬਣ ਜਾਣਾ ਇਨ ਹੈਂਡ ਜਿਹੜਾ ਮਿਲਣਾ। ਜਦੋਂ ਪ੍ਰੋਬੇਸ਼ਨ ਪੀਰੀਅਡ ਖਤਮ ਹੋਇਆ ਤਾਂ ਪ੍ਰੋਬੇਸ਼ਨ ਪੀਰੀਅਡ ਖਤਮ ਹੋਣ ਸਾਰ ਤੁਹਾਨੂੰ ਪੱਕੇ ਕਰ ਲੈਣਗੇ, ਤੇ ਉਦੋਂ ਫਿਰ ਤੁਹਾਡੀ ਤਨਖਾਹ ਲੱਖ ਨੂੰ ਟੱਪੂਗੀ। ਤਾਂ ਉਦੋਂ ਤੁਹਾਡੀ ਤਨਖਾਹ 6 ਡਿਜਿਟ ਜਾਂ ਉਸ ਤੋਂ ਪਾਰ ਹੋ ਜੂਗੀ। ਇਹ 3 ਸਾਲ ਤੱਕ ਦੀ ਬੇਸਿਕ ਪੇ ਇਹਨਾਂ ਨੇ ਦੱਸੀ ਹੈ। ਉਸ ਤੋਂ ਬਾਅਦ ਜੇ ਪੱਕੇ ਕਰਨਗੇ ਤੁਹਾਨੂੰ ਤਾਂ ਤਨਖਾਹ ਹੋਰ ਜ਼ਿਆਦਾ ਵੱਧ ਜਾਣੀ ਹੈ। ਤਾਂ ਬੱਚੇ ਤੁਹਾਡੀ ਪੇ ਰਹਿਣੀ ਹੈ। ਸਭ ਤੋਂ ਵੱਡਾ ਸਵਾਲ, ਕੀ ਇਹ ਨੌਕਰੀਆਂ ਟੈਂਪਰੇਰੀ ਨੇ ਜਾਂ ਇਹ ਪਰਮਾਨੈਂਟ ਨੇ? ਕੀ ਜੇ ਅਸੀਂ ਇਹ ਪੇਪਰ ਕਲੀਅਰ ਕਰਦੇ ਹਾਂ ਤੇ ਸਿਲੈਕਟ ਹੋ ਜਾਂਦੇ ਆ, ਸਾਡੀ ਨੌਕਰੀ ਲੱਗ ਜਾਂਦੀ ਹੈ, ਕੀ ਅਸੀਂ ਸਾਰੀ ਉਮਰ ਦੀ ਸੁੱਖ ਦੀ ਰੋਟੀ ਦੀ ਗੁੰਜਾਇਸ਼ ਕਰ ਸਕਦੇ ਹਾਂ ਜਾਂ ਨਹੀਂ ਕਰ ਸਕਦੇ? ਪਹਿਲੀ ਲਾਈਨ ਆਪਣੇ ਆਪ ਚ ਕਲੀਅਰ ਵੀ ਬਹੁਤ ਕੁਝ ਕਰ ਰਹੀ ਹੈ ਤੇ ਕਨਫਿਊਜ਼ ਵੀ ਕਰ ਰਹੀ ਹੈ। these posts are temporary, ਅਗਲਿਆਂ ਨੇ ਕਿਹਾ ਕਿ ਟੈਂਪਰੇਰੀ ਨੇ, ਬਟ likely to be continued। ਲਾਈਕਲੀ ਟੂ ਬੀ ਕੰਟੀਨਿਊਡ ਅੰਗਰੇਜ਼ੀ ਵਾਲੇ ਜਿਹੜੇ ਕਰਦੇ ਨੇ ਐਮਏ, ਉਹ ਬੜੇ ਆਰਾਮ ਨਾਲ ਦੱਸ ਦੇਣਗੇ ਕਿ ਭਾਈ ਉਹ ਤਾਂ ਟੈਂਪਰੇਰੀ ਨੇ, ਪਰ ਚੱਲੀ ਜਾਊਗਾ ਕੰਮ, ਕੱਢਣ ਨਹੀਂ ਲੱਗੇ ਹੈਗੇ ਤੁਹਾਨੂੰ। ਤਾਂ ਤੁਹਾਨੂੰ ਇਹ ਨੌਕਰੀ ਕਹਿਣ ਨੂੰ ਟੈਂਪਰੇਰੀ ਆ, ਪਰ ਕੱਢਣ ਨਹੀਂ ਲੱਗੇ ਤਾਂ ਆਪਣੇ ਆਪ ਚੋਂ ਪਰਮਾਨੈਂਟ ਹੀ ਹੋਗੀ। ਤਾਂ ਜਿਹੜੇ ਵਿਦਿਆਰਥੀ ਸਿਲੈਕਟ ਹੋ ਜਾਣਗੇ ਉਹਨਾਂ ਲਈ ਇਹ ਇੱਕ ਪੱਕੀ ਨੌਕਰੀ ਹੀ ਹੈ, ਫਿਕਰ ਨਹੀਂ ਕਰਨੀ ਹੈਗੀ। ਪਰ ਅਗਲੇ ਇੱਕ ਹਦਾਇਤ ਦੇ ਰਹੇ ਨੇ, ਦਾ ਪਰਸਨਸ ਅਪਾਇੰਟਡ ਵਿਲ ਬੀ ਔਨ ਦਾ ਪ੍ਰੋਬੇਸ਼ਨ ਫॉर ਅ ਪੀਰੀਅਡ ਆਫ 3 ਇਅਰਸ। ਆਬਵੀਅਸਲੀ 3 ਸਾਲ ਦਾ ਪ੍ਰੋਬੇਸ਼ਨ ਆਪਾਂ ਹੁਣੇ ਗੱਲ ਕਰ ਚੁੱਕੇ ਆਂਗੇ। ਉਸ ਤੋਂ ਬਾਅਦ ਉਹ ਪੱਕੇ ਕਰ ਲੈਂਦੇ ਨੇ ਆਮ ਤੌਰ ਤੇ। ਤਾਂ ਅਪਾਇੰਟਮੈਂਟ ਕੈਨ ਬੀ ਟਰਮੀਨੇਟਡ, ਤੁਹਾਨੂੰ ਕੱਢ ਕੇ ਮਾਰਿਆ ਜਾ ਸਕਦਾ ਹੈ ਇਫ ਦਾ ਵਰਕ ਐਂਡ ਕੰਡਕਟ ਆਫ ਦਾ ਇਨਕੰਬੈਂਟ ਡਿਊਰਿੰਗ ਦਾ ਪੀਰੀਅਡ ਆਫ ਪ੍ਰੋਬੇਸ਼ਨ ਇਜ਼ ਇਨ ਦਾ ਓਪੀਨੀਅਨ ਆਫ ਅਪਾਇੰਟਿੰਗ ਅਥਾਰਟੀ ਇਜ਼ ਨਾਟ ਫਾਊਂਡ ਸੈਟਿਸਫੈਕਟਰੀ। ਅਪਾਇੰਟਿੰਗ ਅਥਾਰਟੀ may at any time within the probation period dispense with these services without giving any audience or notice। ਯਾਰ ਸਿੱਧੀ ਜੀ ਗੱਲ ਹੈ, ਅਗਲੇ ਕਹਿੰਦੇ ਜੇ ਲਾਂਬੇ ਆਏ ਤਾਂ ਕੱਢ ਕੇ ਮਾਰ ਸਕਦੇ ਆ। ਲਾਂਬੇ ਕਹੇ ਜੇ ਆਏ, ਅਗਲੇ ਕਹਿੰਦੇ ਯਾਰ ਵੀ ਜੇ ਸਾਨੂੰ ਤਸੱਲੀ ਨਾ ਹੋਈ ਵੀ ਇਹ ਬੰਦਾ ਕੰਮ ਕਰਦਾ ਕਿ ਨਹੀਂ ਕਰਦਾ। ਤਸੱਲੀ ਉਹ ਥੋੜਾ ਸਾਫ਼ ਸ਼ਬਦਾਂ 'ਚ ਇਹ ਕਹਿ ਰਹੇ ਨੇ, is not found satisfactory। ਮਤਲਬ ਇਹ ਲਿਖਣ ਦੀ ਗੱਲ ਹੈ, ਕੱਢਣ ਨਹੀਂ ਲੱਗੇ ਹੈਗੇ, ਪਰ ਅਗਲੇ ਲਿਖ ਜੋ ਰਹੇ ਨੇ ਕਿ ਭਾਈ ਜੇ ਤੁਹਾਡੇ ਲਾਂਬੇ ਆਏ ਕੱਢੇ ਜਾ ਸਕਦੇ ਹੋ। ਲਾਂਬੇ ਕਹੇ ਜੇ ਆਏ ਕਿ ਜੇ ਤੁਸੀਂ ਬਿਨਾਂ ਕੋਈ ਨੋਟਿਸ ਦਿੱਤਿਆਂ ਕੋਈ ਇਹੋ ਜਿਹੀ ਗੜਬੜ ਕੀਤੀ ਕਿ ਪ੍ਰੋਬੇਸ਼ਨ ਦੇ ਵਿੱਚ ਤੁਸੀਂ ਜੌਬ ਛੱਡਣ ਦੀ ਗੱਲ ਕਰ ਰਹੇ ਹੋ, ਜਾਂ ਤੁਹਾਡੀ ਜਿਹੜੀ ਪਰਫਾਰਮੈਂਸ ਹੈ, ਤੁਹਾਡਾ ਜੋ ਵੀ ਹੈ ਉਹ ਸੈਟਿਸਫੈਕਟਰੀ ਨਹੀਂ ਹੈਗਾ, ਕੋਈ ਤੁਹਾਡੇ ਤੇ ਇਲਜ਼ਾਮ ਲੱਗ ਗਿਆ, ਐਲੀਗੇਸ਼ਨ ਲੱਗ ਗਿਆ, ਕਮੇਟੀ ਬੈਠ ਗਈ, ਦੋਸ਼ੀ ਪਾਏ ਗਏ, ਤਾਂ ਕੱਢੇ ਜਾ ਸਕਦੇ ਹੋ। ਮਤਲਬ ਕੁਝ ਇਹੋ ਜਿਹੀਆਂ ਖਾਸ ਹਾਲਤਾਂ ਦੇ ਵਿੱਚ ਕੱਢੇ ਜਾ ਸਕਦੇ ਹੋ। ਅਦਰਵਾਈਜ਼ ਲਾਈਕਲੀ ਟੂ ਬੀ ਕੰਟੀਨਿਊਡ ਅਗਲਿਆਂ ਨੇ ਸਾਫ਼ ਸ਼ਬਦਾਂ 'ਚ ਪਹਿਲੀ ਲਾਈਨ 'ਚ ਹੀ ਕਹਿਤਾ। ਤਾਂ ਇਸ ਕਰਕੇ ਫਿਕਰ ਨਹੀਂ ਕਰਨੀ ਹੈਗੀ। ਬਹੁਤ ਖਾਸ ਹਾਲਤਾਂ ਨੇ, ਖਾਸ ਹਾਲਤਾਂ ਨਹੀਂ ਬਣਦੀਆਂ ਹੁੰਦੀਆਂ। ਤਾਂ ਆਮ ਤੌਰ ਤੇ ਜੋ ਹੋਣਾ ਹੈਗਾ ਕਿ ਨੋ ਡਾਊਟ ਪੋਸਟ ਟੈਂਪਰੇਰੀ ਹੈ, ਭਰਤੀ ਟੈਂਪਰੇਰੀ ਹੈ, ਪਰ ਪੱਕੀ ਰੱਖੇ ਜਾਓਗੇ, ਕਦੇ ਕੱਢੇ ਨਹੀਂ ਜਾਓਗੇ। ਲਾਈਕਲੀ ਟੂ ਬੀ ਕੰਟੀਨਿਊਡ ਹੈ, ਪ੍ਰੋਬੇਸ਼ਨ ਪੂਰੇ ਹੋਣ ਤੋਂ ਬਾਅਦ ਤੁਹਾਨੂੰ ਫਿਰ ਉੱਥੇ ਰੱਖ ਲਿਆ ਜਾਊਗਾ। ਇਸ ਤੋਂ ਬਾਅਦ ਬੱਚੇ ਕੁਝ ਉਹਨਾਂ ਨੇ ਜਨਰਲ ਇੰਸਟਰਕਸ਼ਨਸ ਦਿੱਤੀਆਂ ਹੋਈਆਂ ਨੇ, ਜਿਹਦੇ ਵਿੱਚ 2-3 ਨੂੰ ਆਪਾਂ ਥੋੜਾ ਜਿਹਾ ਧਿਆਨ ਨਾਲ ਦੇਖ ਲਈਏ। ਜਨਰਲ ਇੰਸਟਰਕਸ਼ਨਸ ਦੇ ਵਿੱਚ ਅਗਲਿਆਂ ਨੇ ਇੱਕ ਗੱਲ ਤਾਂ ਇਹ ਕਹੀ ਹੈ ਕਿ ਭਾਈ ਜਿਹੜਾ ਤੁਸੀਂ ਐਪਲੀਕੇਸ਼ਨ ਫਾਰਮ ਭਰਨਾ ਹੈਗਾ, ਜਿਵੇਂ ਆਪਣੀਆਂ ਮਾਵਾਂ ਆਪਾਂ ਨੂੰ ਟੋਕਦੀਆਂ ਨੇ ਵੀ ਬੰਦਿਆਂ ਨੂੰ ਕੰਮ ਕਰ ਲਈ, ਗਲਤੀ ਨਾ ਕਰਦੀ, ਬਸ ਉਹੀ ਗੱਲ ਕਹਿ ਰਹੇ ਨੇ ਵੀ ਭਾਈ ਜਿਹੜਾ ਤੁਸੀਂ ਐਪਲੀਕੇਸ਼ਨ ਫਾਰਮ ਭਰਨਾ ਹੈਗਾ ਉਹ ਦੇਖ ਕੇ ਭਰਿਓ, ਧਿਆਨ ਨਾਲ ਭਰਿਓ, ਸਪੈਲਿੰਗ ਸਪੂਲਿੰਗ ਦੀ ਗੜਬੜ ਨਾ ਕਰ ਦਿਓ।
ਸਪੈਲਿੰਗ ਦੀ ਗੜਬੜ ਦਾ ਬਹੁਤ ਵੱਡਾ ਚੱਕਰ ਪੈ ਜਾਂਦਾ ਹੈ। ਕਿਸੇ ਦਾ ਨਾਮ ਰਾਜਵੀਰ ਹੈ, ਉਹ VEER ਪਾਉਣਾ ਕਿ VIR ਪਾਉਣਾ ਹੈ। ਆਹ ਜਿਹੜੇ ਸਪੈਲਿੰਗਾਂ ਦੇ ਵਿੱਚ ਗਲਤੀਆਂ ਹੋ ਜਾਂਦੀਆਂ ਹੁੰਦੀਆਂ ਨੇ, ਇਹ ਫਿਰ ਜਦੋਂ ਡਾਕੂਮੈਂਟ ਵੈਰੀਫਿਕੇਸ਼ਨ ਹੋਊਗੀ, ਤੁਹਾਡੇ ਬਰਥ ਸਰਟੀਫਿਕੇਟ 10ਵੀਂ 12ਵੀਂ ਦੇ ਸਰਟੀਫਿਕੇਟ ਨਾਲ ਮੈਚ ਨਹੀਂ ਕੀਤਾ ਤਾਂ ਤੁਹਾਨੂੰ ਡਿਸਕੁਆਲੀਫਾਈ ਕਰਨਗੇ। ਸੋ ਇਸ ਕਰਕੇ ਆਪਣੇ ਕੰਮ ਛੱਡ ਕੇ ਬੜੇ ਧਿਆਨ ਨਾਲ ਇਹ ਸਾਰਾ ਐਪਲੀਕੇਸ਼ਨ ਫਾਰਮ ਭਰਨਾ ਹੈ। ਤੁਸੀਂ ਭਰ ਕੇ ਸਬਮਿਟ ਕਰਨ ਤੋਂ ਪਹਿਲਾਂ ਇੱਕ ਦੁਬਾਰਾ ਨਿਗਾਹ ਮਾਰਨੀ ਹੈ ਵੀ ਭਾਈ ਸਪੈਲਿੰਗ ਸਪੂਲਿੰਗ ਠੀਕ ਨੇ, ਡੇਟ ਆਫ ਬਰਥ ਠੀਕ ਪਾਇਆ, ਪਿਓ ਦਾ ਨਾਮ ਠੀਕ ਪਾਇਆ, ਹੋਰ ਸਾਰਾ ਕੁਝ ਠੀਕ ਪਾਇਆ, ਡਿਗਰੀ ਦੇ ਨੰਬਰ ਜੋ ਜੋ ਪੁੱਛਿਆ ਜਾਊਗਾ ਐਪਲੀਕੇਸ਼ਨ ਫਾਰਮ ਦੇ ਵਿੱਚ ਵੀ ਕੀ ਅਸੀਂ ਉਹ ਸਹੀ ਪਾਇਆ। ਤਾਂ ਇਸ ਕਰਕੇ ਥੋੜਾ ਜਿਹਾ ਧਿਆਨ ਨਾਲ ਭਰਨਾ ਹੈਗਾ। ਅਗਲਿਆਂ ਨੇ ਕਿਹਾ after okay ਉਹ ਕਹਿੰਦੇ ਵੀ should fill the details correctly in the form and submit it after being satisfied that all the particular details have been rightly reflected in the online application form। ਉਹ ਕਹਿੰਦੇ ਭਾਈ ਉਦੋਂ ਹੀ ਸਬਮਿਟ ਕਰਿਓ ਜਦੋਂ ਤਸੱਲੀ ਹੋ ਜਾਏ ਤੁਹਾਡੀ। after submitting online application form, registration number ਤੇ ਪਾਸਵਰਡ ਤੁਹਾਨੂੰ ਮਿਲੂਗਾ will be generated and the candidate should take print out of the registration number and password for his record। ਕਹਿੰਦੇ ਜਦੋਂ ਤੁਸੀਂ ਸਬਮਿਟ ਕਰ ਦੋਗੇ ਉਦੋਂ ਤੁਹਾਡੇ ਨਾਮ ਦਾ ਇੱਕ ਰਜਿਸਟ੍ਰੇਸ਼ਨ ਨੰਬਰ ਤੇ ਪਾਸਵਰਡ ਜਨਰੇਟ ਹੋ ਜਾਊਗਾ। ਪਰ ਜਿਵੇਂ ਤੁਸੀਂ ਫੇਸਬੁੱਕ ਤੇ ਖਾਤਾ ਬਣਾਉਣੇ, ਤੁਹਾਡਾ ਇੱਕ ਆਈਡੀ ਤੇ ਇੱਕ ਪਾਸਵਰਡ ਬਣ ਜਾਂਦਾ, ਤਾਂ ਇੱਥੇ ਜਦੋਂ ਤੁਸੀਂ ਪੇਪਰ ਭਰੋਗੇ ਉਵੇਂ ਇੱਕ ਰਜਿਸਟ੍ਰੇਸ਼ਨ ਨੰਬਰ ਤੇ ਪਾਸਵਰਡ ਜਨਰੇਟ ਹੋ ਜਾਊਗਾ। ਉਹ ਵੈਸੇ ਤੁਹਾਨੂੰ ਕਿਉਂਕਿ ਤੁਸੀਂ ਡਿਟੇਲ ਦੇ ਵਿੱਚ ਆਪਦਾ ਫੋਨ ਨੰਬਰ ਵੀ ਭਰਿਆ, ਉਹ ਫੋਨ ਤੇ ਵੀ ਮੈਸੇਜ ਆ ਜਾਂਦਾ, ਮੇਲ ਭਰੀ ਹੁੰਦੀ ਹੈ, ਮੇਲ ਵੀ ਆ ਜਾਂਦੀ ਹੈ, ਪਰ ਉਹਦਾ ਤੁਸੀਂ ਪ੍ਰਿੰਟ ਆਊਟ ਕਢਾ ਕੇ ਰੱਖਣਾ ਹੈਗਾ। ਅਗਲਿਆਂ ਨੇ ਸਾਫ਼ ਸ਼ਬਦਾਂ 'ਚ ਕਿਹਾ, ਪਤਾ ਨਹੀਂ ਕਿੱਥੇ ਵਰਤਣਾ ਪਊਗਾ, ਪਰ ਅਗਲਿਆਂ ਨੇ ਕਿਹਾ ਹੈ ਕਿ ਸ਼ੁੱਡ ਟੇਕ ਪ੍ਰਿੰਟ ਆਊਟ ਆਫ ਦਾ ਰਜਿਸਟ੍ਰੇਸ਼ਨ ਨੰਬਰ ਐਂਡ ਪਾਸਵਰਡ। Candidates are advised to fill their details in the online application form carefully। ਉਹ ਦੇਖੋ ਜੀ, carefully ਦੀ ਉੱਪਰ ਬੇਨਤੀ ਕੀਤੀ ਸੀ, ਇੱਥੇ ਧਮਕੀ ਦੇਣ ਲੱਗੇ ਨੇ। ਕਹਿੰਦੇ ਤੁਸੀਂ ਸਾਰੀਆਂ ਡਿਟੇਲਸ ਬਹੁਤ ਧਿਆਨ ਨਾਲ ਭਰਨੀਆਂ ਨੇ। ਕਿਹੜੀਆਂ ਡਿਟੇਲਸ? ਆਪਣਾ ਨਾਮ, ਫਾਦਰਸ ਨੇਮ, ਸਪੈਲਿੰਗਸ ਦੀ ਗੱਲ ਕਰ ਰਹੇ ਨੇ ਕਿ ਸਪੈਲਿੰਗਸ ਧਿਆਨ ਨਾਲ ਦੇਖਣੇ ਆ, ਡੇਟ ਆਫ ਬਰਥ, ਕੈਟੇਗਰੀ ਬਹੁਤ ਧਿਆਨ ਨਾਲ ਭਰਨੀ ਹੈ। ਬੱਚੇ ਜਿਹੜੀ ਤੁਸੀਂ ਕੈਟੇਗਰੀ ਭਰੋਗੇ ਉਹਦਾ ਸਰਟੀਫਿਕੇਟ ਪੇਸ਼ ਕਰਨਾ ਸੀ। ਤਾਂ ਇਸ ਕਰਕੇ ਇਹ ਨਾ ਹੋਵੇ ਅਸੀਂ ਹੁਣ ਜਿਹੜੀ ਮਰਜ਼ੀ ਕੈਟੇਗਰੀ ਭਰਦੇ ਤੇ ਜਿੱਦਣ ਪੇਪਰ ਕਲੀਅਰ ਹੋ ਗਿਆ ਤੇ ਡਾਕੂਮੈਂਟ ਵੈਰੀਫਿਕੇਸ਼ਨ ਵੇਲੇ ਸਾਡੇ ਕੋਲ ਉਸ ਕੈਟੇਗਰੀ ਦਾ ਸਰਟੀਫਿਕੇਟ ਨਹੀਂ ਹੈਗਾ, ਕੱਢ ਕੇ ਮਾਰਨਗੇ ਅਗਲੇ। ਇਸ ਕਰਕੇ ਕੈਟੇਗਰੀ ਜਿਹੜੀ ਵੀ ਭਰ ਰਹੇ ਆ ਉਹਦਾ ਸਰਟੀਫਿਕੇਟ ਹੋਣਾ ਚਾਹੀਦਾ। ਆਧਾਰ ਕਾਰਡ ਨੰਬਰ, ਉਹ ਡਿਜਿਟਸ ਧਿਆਨ ਨਾਲ ਭਰਨੇ ਨੇ। ਜੋ ਤੁਹਾਡੀਆਂ ਕੁਆਲੀਫਿਕੇਸ਼ਨਸ ਨੇ, ਕੁਆਲੀਫਿਕੇਸ਼ਨਸ ਦੇ ਵਿੱਚ ਜਿੰਨੇ ਪਰਸੈਂਟ ਆਏ ਹੋਏ ਨੇ, ਜੋ ਵੀ ਪੁੱਛਣਗੇ ਉਹ ਬੜੇ ਧਿਆਨ ਨਾਲ ਭਰਨਾ ਹੈ। ਐਕਸਪੀਰੀਅੰਸ ਜਿਨ੍ਹਾਂ ਦਾ ਜੋ ਵੀ ਹੈਗਾ, ਐਕਸਪੀਰੀਅੰਸ ਦੇ ਕਿਉਂਕਿ ਨੰਬਰ ਮਿਲਣੇ ਨੇ ਤਾਂ ਐਕਸਪੀਰੀਅੰਸ ਪੇਸ਼ ਕਰਨ ਦੇ ਲਈ ਤੁਹਾਡੇ ਕੋਲ ਪੁਖਤਾ ਡਾਕੂਮੈਂਟਸ ਹੋਣੇ ਚਾਹੀਦੇ ਨੇ। ਫੋਟੋ ਤੇ ਸਾਈਨ ਬੜੇ ਧਿਆਨ ਨਾਲ ਕਲੀਅਰ ਵੀ ਹੋਣੇ ਚਾਹੀਦੇ ਨੇ। ਫੋਟੋ ਤੇ ਸਾਈਨ ਜਦੋਂ ਤੁਸੀਂ ਭਰਨ ਲੱਗੋਗੇ, ਅਗਲਿਆਂ ਦਾ ਇੱਕ ਫਾਰਮੈਟ ਹੁੰਦਾ ਹੈ, ਸਾਈਜ਼ ਦਾ ਫਾਰਮੈਟ ਹੁੰਦਾ ਕਿ ਇਸ ਸਾਈਜ਼ ਦੀ ਫੋਟੋ, ਇਸ ਸਾਈਜ਼ ਦੇ ਸਾਈਨ ਦੀ ਫੋਟੋ ਹੋਣੀ ਚਾਹੀਦੀ ਹੈ। ਤਾਂ ਉਸ ਸਾਈਜ਼ ਦੀ ਤਾਂ ਕਰਨੀ ਹੈ, ਪਰ ਕਲੀਅਰ ਵੀ ਰਹਿਣੀ ਚਾਹੀਦੀ ਹੈਗੀ। ਫੀਸ ਬੜੇ ਧਿਆਨ ਨਾਲ ਭਰਨੀ ਹੈ। ਬੱਚੇ ਉਹਨਾਂ ਨੇ ਪਹਿਲਾਂ ਵੀ ਕਿਹਾ ਸੀਗਾ ਕਿ ਭਾਈ ਜੇ ਕਿਸੇ ਦੀ ਗਲਤੀ ਨਾਲ 2 ਵਾਰ ਭਰੀ ਗਈ ਅਸੀਂ ਨਹੀਂ ਮੋੜਨ ਲੱਗੇ ਹੈਗੇ। ਸੋ ਇਸ ਕਰਕੇ ਸਾਰਾ ਕੁਝ ਉਹਨਾਂ ਨੇ ਕਿਹਾ ਧਿਆਨ ਨਾਲ ਭਰਨਾ ਹੈ। ਜੇ ਧਿਆਨ ਨਾਲ ਨਾ ਭਰਿਆ ਗਿਆ ਤਾਂ after final submission of online application form by the candidate, no change will be allowed। ਬੱਚੇ ਉਹ ਕਹਿੰਦੇ ਜਦੋਂ ਤੁਸੀਂ ਸਬਮਿਟ ਕਰ ਦੋਗੇ ਆਪਣੀਆਂ ਡਿਟੇਲਸ ਤਾਂ ਉਸ ਤੋਂ ਬਾਅਦ ਕੋਈ ਚੇਂਜ ਅਲਾਉ ਨਹੀਂ ਕੀਤਾ ਜਾਊਗਾ। ਉਸ ਤੋਂ ਬਾਅਦ ਤੁਸੀਂ ਕੋਈ ਤਬਦੀਲੀ ਨਹੀਂ ਕਰ ਸਕਦੇ। ਐਂਡ ਕੈਂਡੀਡੇਟ ਵਿਲ ਬੀ ਰਿਸਪੌਂਸਿਬਲ ਫॉर ਐਨੀ ਮਿਸਟੇਕ ਇਨ ਦਾ ਡਾਟਾ ਫਿਲਡ ਇਨ ਦਾ ਆਨਲਾਈਨ ਫਾਰਮ। ਤੇ ਜੇ ਕੋਈ ਗਲਤੀ ਰਹਿ ਗਈ ਤਾਂ ਤੁਸੀਂ ਜ਼ਿੰਮੇਵਾਰ ਹੋਵੋਗੇ। ਅਗਲੇ ਹੱਥ ਖੜੇ ਕਰ ਗਏ ਆਪਦੇ, ਅਗਲੇ ਪੱਲਾ ਝਾੜ ਗਏ ਵੀ ਸਾਡਾ ਫਿਰ ਕੁਝ ਨਹੀਂ ਲੈਣਾ ਦੇਣਾ, ਤੁਹਾਡੀ ਗਲਤੀ ਹੈ। ਫਿਰ ਉਸ ਗਲਤੀ ਦਾ ਹੱਲ ਕੀ ਦੱਸਦੇ ਨੇ 6ਵੇਂ ਪੁਆਇੰਟ ਦੇ ਵਿੱਚ। ਬੱਚੇ ਧਿਆਨ ਨਾਲ ਦੇਖੋ। ਇਨ ਕੇਸ ਕੈਂਡੀਡੇਟ ਫੀਲਸ that he she has filled up the form erroneously। ਉਹ ਕਹਿੰਦੇ ਭਾਈ ਜੇ ਤੁਸੀਂ ਕੋਈ ਗਲਤੀ ਕਰ ਗਏ, ਕੋਈ ਡਿਟੇਲ ਗਲਤ ਭਰ ਗਏ, ਘਬਰਾਓ ਨਾ, ਹੱਲ ਹੈਗਾ। ਹੱਲ ਕੀ ਹੈ? he she should fill up a fresh online application form। ਨਵਾਂ ਫਾਰਮ ਭਰੋਗੇ along with requisite fee before closing date। fees paid earlier shall not be adjusted against the fresh online application form। the candidates must mention the detail of the erroneous application form। ਅਗਲੇ ਸਿੰਪਲ ਜੀ ਗੱਲ ਕਹਿ ਰਹੇ ਨੇ ਕਿ ਯਾਰ ਜੇ ਤੁਸੀਂ ਫਾਰਮ ਭਰਨ ਲੱਗਿਆਂ ਕੋਈ ਗਲਤੀ ਕਰ ਗਏ, ਘਬਰਾਉਣਾ ਨਹੀਂ ਹੈਗਾ। ਗਲਤੀ ਹੋ ਚੁੱਕੀ ਹੈ, ਚੁੱਪ ਕਰਕੇ ਨਵਾਂ ਫਾਰਮ ਭਰੋ। ਨਵੇਂ ਫਾਰਮ ਨੂੰ ਫਿਰ ਜ਼ੀਰੋ ਤੋਂ ਸ਼ੁਰੂ ਕਰਕੇ ਸਾਰੀਆਂ ਡਿਟੇਲਸ ਭਰਨੀਆਂ ਨੇ। ਜਿਹੜੀ ਪਹਿਲਾਂ ਗਲਤੀ ਹੋਈ ਸੀ ਉਹ ਗਲਤੀ ਧਿਆਨ ਨਾਲ ਦੇਖਣੀ, ਦੁਬਾਰਾ ਨਹੀਂ ਹੋਣੀ ਚਾਹੀਦੀ, ਹੋਰ ਕੋਈ ਗਲਤੀ ਨਹੀਂ ਹੋਣੀ ਚਾਹੀਦੀ। ਸਾਰੀਆਂ ਡਿਟੇਲਸ ਭਰ ਕੇ ਇਹ ਵੀ ਮੈਂਸ਼ਨ ਕਰਨਾ ਹੈ ਕਿ ਭਾਈ ਅਸੀਂ ਇੱਕ ਫਾਰਮ ਗਲਤ ਭਰ ਚੁੱਕੇ ਆਂਗੇ। ਅਗਲਿਆਂ ਨੇ ਕਿਹਾ the candidates must mention the detail of erroneous application forms in the appropriate column of the fresh online application form। ਕਿ ਜਦੋਂ ਤੁਸੀਂ ਨਵਾਂ ਫਾਰਮ ਭਰਨ ਲੱਗੋਗੇ ਤਾਂ ਪੁਰਾਣਾ ਜਿਹੜਾ ਗਲਤੀ ਨਾਲ ਭਰਤਾ ਸੀ ਉਹ ਸੇਮ ਡਿਟੇਲਸ ਸੀ, ਬਸ ਮਾੜਾ ਮੋਟਾ ਐਰਰ ਸੀਗਾ, ਸੇਮ ਡਿਟੇਲਸ ਰਿਪੀਟ ਹੋ ਰਹੀਆਂ ਨੇ। ਤਾਂ ਇਸ ਕਰਕੇ ਤੁਸੀਂ ਮੈਂਸ਼ਨ ਕਰਨਾ ਕਿ ਭਾਈ ਅਸੀਂ ਗਲਤੀ ਨਾਲ ਭਰ ਗਏ ਸੀ ਤਾਂ ਦੂਜੀ ਵਾਰ ਭਰ ਰਹੇ ਹਾਂ। ਤੇ ਅਗਲਿਆਂ ਨੇ ਇੱਕ ਗੱਲ ਸਾਫ਼ ਕਹਿਤੀ
ਪੈਸੇ ਦੁਬਾਰਾ ਭਰਨੇ ਪੈਣਗੇ, ਫੀਸ ਦੁਬਾਰਾ ਭਰਨੀ ਪੈਣੀ ਹੈ। ਐ ਨਹੀਂ ਹੈਗਾ ਕਿ ਪਹਿਲਾ ਫਾਰਮ ਗਲਤ ਹੋ ਗਿਆ, ਉਹਦੀ ਫੀਸ ਭਰੀ ਹੋਈ ਹੈ, ਦੂਜੇ ਨੂੰ ਦੁਬਾਰਾ ਭਰ ਰਹੇ ਤਾਂ ਫੀਸ ਐਡਜਸਟ ਹੋ ਜੂ। ਫੀਸ ਬਿਲਕੁਲ ਐਡਜਸਟ ਨਹੀਂ ਹੋਣੀ, ਫੀਸ ਦੁਬਾਰਾ ਭਰਨੀ ਪੈਣੀ ਹੈ। ਤਾਂ ਇਸ ਕਰਕੇ ਉਹ ਪਹਿਲੇ ਧਮਕੀ ਦੇ ਰਹੇ ਨੇ ਕਿ ਭਾਈ ਆਪਦਾ ਬੰਦਿਆਂ ਨੂੰ ਦੇਖ ਕੇ ਭਰਿਓ, ਗਲਤੀ ਨਾ ਰਹਿ ਜੇ ਕੋਈ। ਫਰਦਰ ਆਫਟਰ ਸਬਮਿਸ਼ਨ ਆਫ ਆਨਲਾਈਨ ਐਪਲੀਕੇਸ਼ਨ ਫਾਰਮ ਨੋ ਅਮੈਂਡਮੈਂਟ ਚੇਂਜ ਸ਼ੈਲ ਬੀ ਐਂਟਰਟੇਨਡ। ਅਗੇਨ ਫਿਰ ਉਹੀ ਗੱਲ ਕਹਿ ਰਹੇ ਨੇ ਕਿ ਭਾਈ ਦੂਜਾ ਫਾਰਮ ਭਰਤਾ ਦੋਗੇ, ਪਰ ਉਸ ਤੋਂ ਬਾਅਦ ਫਿਰ ਕੋਈ ਗਲਤੀ ਦੀ ਗੁੰਜਾਇਸ਼ ਰਹੇਗੀ, ਤੀਜਾ ਭਰੋਗੇ, ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੈਗੀ। ਹਾਂਜੀ, ਤਾਂ ਬੱਚੇ ਇੰਨੀ ਕੁ ਗੱਲ ਹੈ। 2-3 ਗੱਲਾਂ ਇਹਨਾਂ ਨੇ ਹੋਰ ਲਿਖੀਆਂ ਹੋਈਆਂ ਸੀ। ਨਕਲ ਮਾਰਦੇ ਫੜੇ ਗਏ, ਚੱਕ ਕੇ ਬਾਹਰ ਮਾਰਾਂਗੇ। ਸਿਲੇਬਸ ਹਲੇ ਤੱਕ ਮੈਂਸ਼ਨ ਨਹੀਂ ਕੀਤਾ ਹੈਗਾ। ਸਿਲੇਬਸ ਨੂੰ ਲੈ ਕੇ ਥੋੜੀ ਜਿਹੀ ਆਪਾਂ ਸੀਰੀਅਸ ਗੱਲ ਕਰੀਏ। ਸਿਲੇਬਸ ਹਲੇ ਤੱਕ ਇਹਨਾਂ ਨੇ ਮੈਂਸ਼ਨ ਨਹੀਂ ਕੀਤਾ। ਦੇਖੋ ਇੱਕ ਗੱਲ ਕਲੀਅਰ ਆ, ਅੰਗਰੇਜ਼ੀ ਵਾਲਿਆਂ ਨੂੰ ਅੰਗਰੇਜ਼ੀ ਚ ਪੁੱਛਿਆ ਜਾਣਾ ਪੇਪਰ ਆਉਣਾ, ਫਿਜ਼ਿਕਸ ਵਾਲਿਆਂ ਨੂੰ ਫਿਜ਼ਿਕਸ ਪੁੱਛਣੀ ਹੈ, ਮੈਥ ਵਾਲਿਆਂ ਨੂੰ ਮੈਥ ਪੁੱਛਣਾ, ਪੰਜਾਬੀ ਵਾਲਿਆਂ ਨੂੰ ਪੰਜਾਬੀ ਪੁੱਛਣੀ ਹੈ, ਇਹ ਗੱਲ ਕਲੀਅਰ ਆ। ਪਰ ਕੀ ਸਿਰਫ ਤੇ ਸਿਰਫ ਜਿਹੜਾ ਤੁਹਾਡਾ ਸਬਜੈਕਟ ਸਪੈਸੀਫਿਕ ਹੈ, ਕੀ ਸਿਰਫ ਉਹਦੇ ਵਿੱਚੋਂ ਪੇਪਰ ਆਊ ਜਾਂ ਐਪਟੀਟਿਊਡ ਦਾ ਪੇਪਰ ਵੀ ਆਊਗਾ? ਨਾ, ਐਪਟੀਟਿਊਡ ਦੇ ਸਵਾਲ ਵੀ, ਮਤਲਬ ਕੁਆਂਟਸ, ਰੀਜ਼ਨਿੰਗ, ਇੰਗਲਿਸ਼ ਵੀ ਪੁੱਛੀ ਜਾਊਗੀ ਤੇ ਫਿਰ ਤੁਹਾਡਾ ਸਬਜੈਕਟ ਵੀ ਪੁੱਛਿਆ ਜਾਊਗਾ, ਜਿਵੇਂ ਨੈਟ ਦੇ ਵਿੱਚ ਹੁੰਦਾ ਪੇਪਰ 1 ਪੇਪਰ 2। ਜਾਂ ਤਾਂ ਹੋ ਸਕਦਾ ਉਹੋ ਜਿਹਾ ਪੇਪਰ ਹੋਵੇ, ਜਾਂ ਫਿਰ ਹੋ ਸਕਦਾ ਸਿਰਫ ਸਬਜੈਕਟ ਸਪੈਸੀਫਿਕ ਪੇਪਰ ਹੋਵੇ। ਤਾਂ ਇਹਦੇ ਬਾਰੇ ਹਲੇ ਤੱਕ ਕੋਈ ਅੰਦਾਜ਼ਾ ਨਹੀਂ ਲੱਗ ਰਿਹਾ। ਅੰਦਾਜ਼ਾ ਤਾਂ ਉੱਥੇ ਹੀ ਲੱਗੂਗਾ ਨਾ ਜਿੱਦਣ ਕੋਈ ਨੋਟੀਫਿਕੇਸ਼ਨ ਆਊਗੀ। ਤਾਂ ਹਲੇ ਤੱਕ ਨੋਟੀਫਿਕੇਸ਼ਨ ਦੇ ਵਿੱਚ ਉਹੋ ਜਿਹਾ ਕੋਈ ਉਹਨਾਂ ਨੇ ਜ਼ਿਕਰ ਨਹੀਂ ਕੀਤਾ ਤੇ ਅਗਲੀ ਹਲੇ ਤੱਕ ਕੋਈ ਨੋਟੀਫਿਕੇਸ਼ਨ ਨਹੀਂ ਆਈ ਹੈਗੀ। ਮੈਂ ਸਰਕਾਰ ਜਿਹੜੀ ਗੱਲ ਮਤਲਬ ਸਿੱਖਿਆ ਮੰਤਰੀ ਨੇ ਕਹੀ ਆ ਕਿ ਭਾਈ 45 ਦਿਨਾਂ ਦੇ ਵਿੱਚ ਅਸੀਂ ਇਸ ਪ੍ਰੋਸੈਸ ਨੂੰ ਖਤਮ ਕਰਕੇ ਮਾਰਾਂਗੇ। ਤਾਂ 45 ਦਿਨਾਂ ਦੇ ਵਿੱਚ ਪ੍ਰੋਸੈਸ ਖਤਮ ਕਰਨ ਦਾ ਮਤਲਬ ਆਪਾਂ ਅਕਤੂਬਰ ਦੇ ਆਖਰੀ ਹਫਤੇ ਦੇ ਵਿੱਚ ਦਾਖਲ ਹੋਣ ਵਾਲੇ ਆ, ਤਾਂ ਨਵੰਬਰ ਖਤਮ ਹੋਣ ਤੱਕ ਉਮੀਦ ਹੈ ਕਿ ਪੇਪਰ ਲੈ ਲੈਣਗੇ ਇਹ। ਤਾਂ ਸਾਡੇ ਕੋਲ ਕਰਾ ਕੇ 35 ਤੋਂ 38 ਜਾਂ 40 ਦਿਨ ਦਾ ਸਮਾਂ। ਸਾਡੇ ਕੋਲ ਦਾ ਮਤਲਬ ਮੇਨਲੀ ਤਾਂ ਤੁਹਾਡੇ ਕੋਲ ਸਾਡੀ ਜਿਹੋ ਜੀ ਤੁਸੀਂ ਸਹਾਇਤਾ ਮੰਗੋਗੇ ਤਾਂ ਅਸੀਂ ਆਪਣੇ ਆਪ ਨੂੰ ਵਿੱਚ ਕਹਾਂਗੇ ਕਿ ਹਾਂ ਆਪਣੇ ਕੋਲ ਇੰਨਾ ਕੁ ਸਮਾਂ। ਤਾਂ ਮੋਟੇ ਰੂਪ 'ਚ ਤੁਹਾਡੇ ਕੋਲ 40 ਦਿਨ ਦਾ ਸਮਾਂ, ਤੁਸੀਂ ਇਹ ਤਿਆਰੀ ਕਰਨੀ ਹੈ। ਪੇਪਰ ਨੂੰ ਲੈ ਕੇ ਜਿਹੜੇ ਸ਼ੰਕੇ ਨੇ ਕਿ ਯਾਰ ਇਹ ਪੇਪਰ ਹੋਊਗਾ ਕਿ ਨਹੀਂ ਹੋਊਗਾ, ਸਟੇ ਨਾ ਲੱਗ ਜੂ, ਮਤਲਬ ਜਿੰਨੇ ਕੁ ਵਿਦਿਆਰਥੀਆਂ ਨਾਲ, ਜਿੰਨੇ ਕੁ ਦੋਸਤਾਂ ਨਾਲ ਮੇਰੀ ਵੀ ਗੱਲ ਹੋਈ ਆ, ਅਗਲੇ ਦਾ ਵੀ ਸਿੱਧਾ ਸ਼ੱਕ ਇਹੀ ਸੀਗਾ ਯਾਰ ਪੇਪਰ ਪਤਾ ਨਹੀਂ ਹੋਊਗਾ ਕਿ ਨਹੀਂ ਹੋਊਗਾ। ਬੱਚੇ, ਪੇਪਰ ਜੇ ਨਾ ਹੋਣਾ ਹੋਇਆ ਤਾਂ ਸਾਨੂੰ ਕੋਈ ਨਾ ਕੋਈ ਸਮੈਲ ਆਊਗੀ, ਸਾਨੂੰ ਕੋਈ ਨਾ ਕੋਈ ਇੰਪ੍ਰੈਸ਼ਨ ਮਿਲੂਗਾ ਕਿ ਹਾਂ ਯਾਰ ਲੱਗਦਾ ਪੇਪਰ ਨਹੀਂ ਹੁੰਦਾ। ਤਾਂ ਹਵਾ 'ਚ ਗੱਲਾਂ ਨਾ ਕਰੋ ਜਾਂ ਕਿਸੇ ਦੀਆਂ ਹਵਾ 'ਚ ਕੀਤੀਆਂ ਹੋਈਆਂ ਗੱਲਾਂ ਦੇ ਵਿੱਚ ਆਓ ਨਾ। ਮੈਂ ਅੱਜ ਤੁਸੀਂ ਇਹ ਮੰਨ ਕੇ ਚੱਲੇ ਕਿ ਯਾਰ ਸਟੇ ਲੱਗੂਗੀ ਹੀ ਲੱਗੂਗੀ, ਕੱਲ ਨੂੰ ਪੇਪਰ ਹੋ ਗਿਆ ਫੇਰ ਝੱਕਦੇ ਰਹਿ ਜਾਓਗੇ। ਤਾਂ ਇਸ ਕਰਕੇ ਜੇ ਤੁਸੀਂ ਅੱਜ ਤਿਆਰੀ ਨਾ ਕੀਤੀ ਤੇ ਕੱਲ ਨੂੰ ਪੇਪਰ ਹੋ ਗਿਆ, ਬਹੁਤ ਜ਼ਿਆਦਾ ਪਛਤਾਓਗੇ। ਤਿਆਰੀ ਜਾਰੀ ਰੱਖੋ, ਮੈਂ ਸ਼ੁਰੂ ਕਰੋ। ਹੁਣ ਭਰਤੀਆਂ ਨਿਕਲੀਆਂ ਨੇ, ਜਿੱਦਣ ਵੀ ਪੇਪਰ ਹੋਣਾ 1.25 ਮਹੀਨੇ ਤੱਕ ਪੇਪਰ ਦੀ ਤਿਆਰੀ ਚੰਗੀ ਤਰ੍ਹਾਂ ਕਰੋ। ਤੁਹਾਡਾ ਆਪਣਾ ਸਬਜੈਕਟ ਹੈ, ਉਹਨੂੰ ਰਿਵਾਈਜ਼ ਹੀ ਕਰਨਾ, ਕੋਈ ਨਵੇਂ ਸਿਰੇ ਤੋਂ ਕੋਈ ਨਵਾਂ ਸਿਲੇਬਸ ਤਾਂ ਪੜ੍ਹਨਾ ਨਹੀਂ। ਜੇ ਕੱਲ ਨੂੰ ਕੁਝ ਇਹੋ ਜਿਹਾ ਆਪਾਂ ਨੂੰ ਪਤਾ ਲੱਗ ਗਿਆ ਕਿ ਐਪਟੀਟਿਊਡ ਆਉਣਾ ਹੈਗਾ, ਤਾਂ ਐਪਟੀਟਿਊਡ 'ਚ ਕੁਆਂਟ, ਰੀਜ਼ਨਿੰਗ, ਇੰਗਲਿਸ਼ ਉਹਨਾਂ ਨੇ ਜੋ ਵੀ ਪੁੱਛਣਾ ਆਪਾਂ ਅਕੋਰਡਿੰਗਲੀ ਉਹਦੀ ਤਿਆਰੀ ਵੀ ਦੇਖ ਲਾਂਗੇ। ਪਰ ਘੱਟੋ ਘੱਟ ਆਪਣੇ ਸਬਜੈਕਟ ਦੀ ਤਿਆਰੀ ਰੱਖੋ। ਮੈਂ ਸਬਜੈਕਟ ਦੀ ਤਿਆਰੀ ਰੱਖੋਗੇ, ਕੱਲ ਨੂੰ ਪੇਪਰ ਨਾ ਹੋਣਾ ਹੋਇਆ, ਮੰਨ ਲਓ 1% ਚਾਂਸ ਕਿ ਯਾਰ ਪੇਪਰ ਨਹੀਂ ਹੋਇਆ, ਸਟੇ ਲੱਗ ਗਈ, ਜੋ ਮਰਜ਼ੀ ਹੋ ਗਿਆ, ਆਪਣਾ ਸਬਜੈਕਟ ਹੀ ਤਿਆਰ ਕੀਤਾ, ਉਹਦਾ ਫਾਇਦਾ ਹੀ ਹੋਣਾ, ਨੁਕਸਾਨ ਕੋਈ ਨਹੀਂ ਹੋਣ ਲੱਗਿਆ। ਪਰ ਜੇ ਕਿਸੇ ਦੀਆਂ ਗੱਲਾਂ ਚ ਆ ਕੇ ਕਿ ਭਾਈ ਯਾਰ ਪੇਪਰ ਤਾਂ ਹੋਣਾ ਨਹੀਂ ਹੈਗਾ, ਜੇ ਕਿਸੇ ਦੀਆਂ ਗੱਲਾਂ ਚ ਆ ਕੇ ਅਸੀਂ ਤਿਆਰੀ ਨਾ ਕੀਤੀ ਤੇ ਕੱਲ ਨੂੰ ਪੇਪਰ ਹੋ ਗਿਆ, ਮਤਲਬ ਉਹ ਪਛਤਾਉਣਾ ਬਹੁਤ ਭੈੜਾ ਹੋਊਗਾ। ਅੱਜ ਜਿਹੜੀ ਇਹ 20 ਸਾਲਾਂ ਬਾਅਦ, ਮਤਲਬ 2 ਦਹਾਕਿਆਂ ਬਾਅਦ ਪੋਸਟਾਂ ਨਿਕਲ ਰਹੀਆਂ ਨੇ, ਤਾਂ ਪਤਾ ਨਹੀਂ ਫਿਰ ਅਗਲੇ ਕਿਹੜੇ 2 ਦਹਾਕਿਆਂ ਬਾਅਦ ਜਾਂ ਕਦੋਂ ਨਿਕਲਣਗੀਆਂ। ਸੋ ਇਸ ਕਰਕੇ ਇੱਕ ਮੌਕਾ ਹੱਥ 'ਚ ਆਇਆ, ਓਪਰਚੁਨਿਟੀ ਮਿਲੀ ਆ, ਆਪਣੀ ਚੰਗੀ ਤਰ੍ਹਾਂ ਤਿਆਰੀ ਕਰੋ। ਮੈਂ ਸਾਰਾ ਪ੍ਰੋਸੈਸ ਮੈਂ ਤੁਹਾਨੂੰ ਸਮਝਾਤਾ ਕੀ ਹੈ। ਤਿਆਰੀ ਦਾ ਤੁਹਾਨੂੰ ਪਤਾ ਹੈ, ਮੈਂ ਤੁਸੀਂ ਮਿਹਨਤਾਂ ਕੀਤੀਆਂ ਹੋਈਆਂ ਨੇ, ਨੈਟ ਕੱਢੇ ਹੋਏ ਨੇ, ਤਾਂ ਆਮ ਤਾਂ ਹੈ ਨਹੀਂਗਾ ਕਿ ਭਾਈ ਪਤਾ ਨਹੀਂ ਕਿਵੇਂ ਕਰਾਂਗੇ, ਸਭ ਨੂੰ ਪਤਾ ਕਿਵੇਂ ਕਰਨਾ ਹੈਗਾ। ਮੈਂ ਘੱਟੋ ਘੱਟ ਜੇ ਐਪਟੀਟਿਊਡ ਦਾ ਟੈਸਟ ਨਹੀਂ ਹੋਣਾ ਫਿਰ ਤਾਂ ਤੁਸੀਂ ਆਪਣਾ ਸਬਜੈਕਟ ਹੀ ਚੱਕਣਾ ਹੈਗਾ, ਚੱਕ ਕੇ ਮਾਰੋਗੇ। ਜੇ ਐਪਟੀਟਿਊਡ ਹੋਣਾ ਹੋਇਆ ਆਪਾਂ ਇੱਥੋਂ ਜਾਂ ਤੁਸੀਂ ਆਪਣੇ ਐਂਡ ਤੇ ਜੇ ਸੈਲਫ ਸਟੱਡੀ ਕੁਝ ਕਰ ਸਕਦੇ ਹੋ, ਬੁੱਕਸ ਰਿਕਮੈਂਡੇਸ਼ਨ ਦੀ ਆਪਾਂ ਕੋਈ ਵੀਡੀਓ ਬਣਾ ਲਾਂਗੇ ਜਾਂ ਇੱਥੇ ਕੋਈ ਕੋਰਸ ਚਲਾ ਲਾਂਗੇ, ਉਹ ਜੋ ਕੱਲ ਨੂੰ ਹੋਣਾ ਹੋਇਆ ਉਹ ਦੇਖ ਲਾਂਗੇ। ਅੱਜ ਹਾਲ ਦੀ ਘੜੀ ਪੇਪਰ ਤੇ ਨਿਗਾਹ ਟਿਕਾ ਲਓ, 35 ਤੋਂ 40 ਦਿਨਾਂ ਬਾਅਦ ਪੇਪਰ ਹੋਣ ਦੇ ਪੂਰੇ ਚਾਂਸ ਨੇ। ਚੰਗੀ ਤਰ੍ਹਾਂ ਤਿਆਰੀ ਕਰੋ, ਰਿਲੈਕਸ ਰਹਿ ਕੇ ਤਿਆਰੀ ਕਰੋ। ਜਿਹੜੇ ਵਿਦਿਆਰਥੀ ਇੱਧਰ ਪਾਰਟ ਟਾਈਮ ਗੈਸਟ ਫੈਕਲਟੀ ਜਾਂ ਜਿਹੇ ਜਿਹੀ ਵੀ ਨੌਕਰੀ ਕਰ ਰਹੇ ਨੇ, ਨੌਕਰੀ ਦੇ ਨਾਲ ਸਮਾਂ ਕੱਢੋ। ਵਿਆਹੀਆਂ ਹੋਈਆਂ ਕੁੜੀਆਂ ਆਪਦੇ ਘਰ ਦੇ ਕੰਮਾਂ ਦੇ ਵਿੱਚੋਂ ਸਮਾਂ ਕੱਢ ਕੇ ਤਿਆਰੀ ਕਰੋ। ਮਤਲਬ ਆਪਣਾ ਅੱਜ ਤੋਂ ਹੀ ਸਮਾਂ ਬੰਨ੍ਹ ਕੇ ਤਿਆਰੀ ਇੱਕ ਵਾਰ ਚੰਗੀ ਤਰ੍ਹਾਂ ਸ਼ੁਰੂ ਕਰੋ। ਕਿਤਾਬਾਂ ਦਾ ਹੀਲਾ ਵਸੀਲਾ ਕਰੋ, ਕਿਤਾਬਾਂ ਇਕੱਠੀਆਂ ਕਰੋ, ਨੋਟਸ ਇਕੱਠੇ ਕਰੋ, ਇੱਕ ਦੂਜੇ ਦੀ ਸਹਾਇਤਾ ਲਓ, ਇੱਕ ਦੂਜੇ ਦੀ ਸਹਾਇਤਾ ਕਰੋ। ਮਤਲਬ ਜਿਹੜਾ ਇੱਕ ਤੁਸੀਂ ਕਲੈਕਟਿਵ ਵੇ ਦੇ ਨਾਲ ਪੜ੍ਹ ਸਕਦੇ ਹੋ। ਕੱਲ ਨੌਕਰੀ ਤਾਂ ਚਲੋ ਪੇਪਰ ਆਪੋ ਆਪਣਾ ਕੱਢਣਾ, ਨੌਕਰੀ ਆਪੋ ਆਪਣੀ ਲੱਗਣੀ ਹੈ, ਪਰ ਉਸ ਤੋਂ ਪਹਿਲਾਂ ਤੱਕ ਜੋ ਇੱਕ ਦੂਜੇ ਦਾ ਸਾਥ ਦਿੱਤਾ ਜਾਂਦਾ ਜਾਂ ਸਾਥ ਲਿਆ ਜਾਂਦਾ, ਉਹਦੇ ਨਾਲ ਕਲੈਕਟਿਵ ਇੱਕ ਕੰਮ ਕਰੋ, ਤਿਆਰੀ ਕਰੋ। ਇਹ ਪੇਪਰ ਹੋਇਆ ਤਾਂ ਕੁਝ 1091 ਦੇ ਕਰੀਬ ਵਿਦਿਆਰਥੀ ਭਾਗਾਂ ਵਾਲੇ ਹੋਣਗੇ ਜਿਹੜੇ ਪੇਪਰ ਕੱਢ ਲੈਣਗੇ। ਜਿਹੜੇ ਰਹਿ ਵੀ ਜਾਣਗੇ, ਅੱਗੇ 150 ਮੌਕੇ ਦੇਣੇ ਨੇ ਜ਼ਿੰਦਗੀ ਨੇ, ਜ਼ਿੰਦਗੀ ਕਦੇ ਖਤਮ ਨਹੀਂ ਹੋਣ ਲੱਗੀ। ਹੋਰ ਸਾਡੇ ਕੋਲ ਵਾਧੂ ਮੌਕੇ ਆਉਣਗੇ। ਅੱਜ ਦੇ ਪੇਪਰ ਦੀ ਕੀਤੀ ਹੋਈ ਤਿਆਰੀ ਅੱਗੇ ਵੀ ਕੰਮ ਆਊਗੀ, ਹੋਰ ਥਾਵਾਂ ਤੇ ਕੰਮ ਆਊਗੀ। ਸੋ ਇਸ ਕਰਕੇ ਡੀਮੋਟੀਵੇਟ ਨਹੀਂ ਹੋਣਾ, ਆਪਦੇ ਆਪ ਨੂੰ ਥੋੜਾ ਜਿਹਾ ਮੋਟੀਵੇਟ ਕਰੋ। ਮੈਂ ਖਿੱਚੋ ਤਿਆਰੀ। ਥੈਂਕ ਯੂ।